ਸਤਿ ਸ਼੍ਰੀ ਅਕਾਲ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਬਹੁਤ ਸਾਰੇ ਲੋਕ ਰੋਜ਼ ਫੇਸਬੁੱਕ ਤੋਂ ਲਾਈਵ ਹੁੰਦੇ ਨੇ ਜਾਂ ਤੁਹਾਨੂੰ ਜਾਣਕਾਰੀ ਦੇ ਰਹੇ ਆ ਕਿ ਬਾਹਰ ਵਾਸਤੇ ਅਪਲਾਈ ਕਰ ਲਓ, ਆਨਲਾਈਨ ਪੜ੍ਹਾਈ ਹੋ ਰਹੀ ਹੈ। ਤਾਂ ਉਹਦੇ ਬਾਰੇ ਤੁਹਾਨੂੰ ਅੱਜ ਜਾਣਕਾਰੀ ਦੇਵਾਂਗੇ ਔਰ ਸਹੀ ਗੱਲ ਕਰਾਂਗੇ ਕਿ ਆਖਿਰਕਾਰ ਹੋ ਕੀ ਰਿਹਾ ਹੈ। ਕਿਉਂਕਿ ਫਲਾਈਟਾਂ ਇੰਟਰਨੈਸ਼ਨਲ ਬੰਦ ਨੇ ਤਾਂ ਵਿਦਿਆਰਥੀਆਂ ਨੂੰ ਇਹ ਕਿਉਂ ਕਿਹਾ ਜਾ ਰਿਹਾ ਕਿ ਤੁਸੀਂ ਕੇਸ ਲਾਓ, ਫਾਈਲਸ ਲਾਓ। ਕਿਸੇ ਮੁਲਕ ਨੇ ਆਫੀਸ਼ੀਅਲੀ ਇਹ ਗੱਲ ਕਹੀ ਕਿ ਨਹੀਂ ਕਹੀ, ਇਸ ਬਾਰੇ ਵੀ ਤੁਹਾਨੂੰ ਆਗਾਹ ਕਰਦੇ ਹਾਂ ਕਿ ਮੁਲਕ ਆਫੀਸ਼ੀਅਲੀ ਕਹਿ ਰਹੇ ਆ ਸਾਡੇ ਵੱਲ ਆਓ ਜਾਂ ਨਾ ਆਓ। ਫਲਾਈਟਸ ਹਾਲੇ ਨਹੀਂ ਖੁੱਲੀਆਂ, ਜੋ ਅੱਜ ਦਾ ਸਟੇਟਸ ਹੈ ਇੰਟਰਨੈਸ਼ਨਲ ਫਲਾਈਟਸ ਹਾਲੇ ਤੱਕ ਬੰਦ ਨੇ। ਲੋਕਡਾਊਨ ਬਾਰੇ ਵੀ ਕਿਹਾ ਜਾ ਰਿਹਾ ਕਿ ਦੁਬਾਰਾ ਵੀ ਹੋ ਸਕਦਾ, ਹਾਲਾਂਕਿ ਇਹ ਅਫਵਾਹ ਹੈ ਹਾਲੇ ਤੱਕ। ਸਾਡੇ ਨਾਲ ਗੁਰਵਿੰਦਰ ਸਿੰਘ ਭੱਟੀ ਸਾਹਿਬ ਨੇ। ਭੱਟੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਵੈਰੀ ਮਚ ਜੀ। ਸ਼ੋਅ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਭੱਟੀ ਸਾਹਿਬ, ਇੱਕ ਪਾਸੇ ਸਾਰਾ ਕੁਝ ਬੰਦ ਹੈ, ਫਲਾਈਟਸ ਨਹੀਂ ਚੱਲ ਰਹੀਆਂ, ਫਿਰ ਵੀ ਰੋਜ਼ ਕੋਈ ਨਾ ਕੋਈ ਏਜੰਟ ਜਾਂ ਕੋਈ ਨਾ ਕੋਈ ਬੰਦਾ ਲਾਈਵ ਵੀ ਹੋ ਜਾਂਦਾ ਹੈ। ਖਬਰਾਂ ਵੀ ਆ ਰਹੀਆਂ ਕਿ ਤੁਸੀਂ ਅਪਲਾਈ ਕਰੋ ਕੈਨੇਡਾ, ਆਸਟ੍ਰੇਲੀਆ, ਇਹ ਸਾਰੀ ਥਾਂ ਦੇ ਵਾਸਤੇ। ਰਿਐਲਿਟੀ ਕੀ ਹੈ, ਸਹੀ ਗੱਲ ਕੀ ਹੈ? ਹਰ ਇੱਕ ਕੰਟਰੀ ਦਾ ਇਸ ਵੇਲੇ ਬਾਟਮ ਲਾਈਨ ਸਾਰਿਆਂ ਦੀ ਰਿਐਲਿਟੀ ਇਹ ਹੈ ਕਿ ਵੀ ਕੋਈ ਵੀ ਇੰਟਰਨੈਸ਼ਨਲ ਫਲਾਈਟਸ ਅਜੇ ਤੇ ਚੱਲ ਨਹੀਂ ਰਹੀਆਂ। ਉਮੀਦ ਕੀਤੀ ਜਾ ਰਹੀ ਹੈ ਕਿ ਜੀ ਜੂਨ ਐਂਡ ਦੇ ਵਿੱਚ ਚੱਲਣਗੀਆਂ, ਜੁਲਾਈ ਚੱਲਣਗੀਆਂ। ਬਟ ਮੁੱਦਾ ਇਹ ਹੈ ਕਿ ਇੰਟਰਨੈਸ਼ਨਲ ਫਲਾਈਟਸ ਚੱਲ ਵੀ ਜਾਂਦੀਆਂ ਨੇ ਕਿ ਕਿਹੜੀ ਕੰਟਰੀਜ਼ ਦੇ ਵਿੱਚ ਸਟੂਡੈਂਟ ਜਾ ਕਰਕੇ ਆਪਣਾ 2020 ਦੇ ਵਿੱਚ ਪੜ੍ਹਾਈ ਸ਼ੁਰੂ ਕਰ ਪਾਉਣਗੇ, ਜਿਹੜੇ ਇੰਟਰਨੈਸ਼ਨਲ ਸਟੂਡੈਂਟ ਜਾਣਾ ਚਾਹੁੰਦੇ ਨੇ। ਆਸਟ੍ਰੇਲੀਆ ਨੇ ਸਾਫ਼ ਕਹਿਤਾ ਆਪਣਾ ਮੱਕੜ ਭਾਜੀ, ਉਹਨਾਂ ਨੇ ਕਹਿਤਾ ਕਿ ਵੀ 2020 ਦੇ ਵਿੱਚ ਅਸੀਂ ਕੋਈ ਇਨਟੇਕ ਨਹੀਂ ਕਰਾਂਗੇ। ਆਸਟ੍ਰੇਲੀਆ ਦਾ ਸਾਈਕਲ ਹੈ, ਜੁਲਾਈ ਇਨਟੇਕ ਹੁੰਦਾ ਹੈ, ਫੈਬਰਵਰੀ ਇਨਟੇਕ ਹੁੰਦਾ ਹੈ ਤੇ ਨਵੰਬਰ ਇਨਟੇਕ ਹੁੰਦਾ ਹੈ। ਜੁਲਾਈ ਇਨਟੇਕ ਖਤਮ ਹੋ ਗਿਆ, ਨਵੰਬਰ ਇਨਟੇਕ ਵਾਸਤੇ ਕੋਈ ਇਸ ਵੇਲੇ ਐਡਮਿਸ਼ਨ ਨਹੀਂ ਚੱਲ ਰਹੀ, ਸਿਰਫ ਫਰਵਰੀ 2021 ਵਾਸਤੇ ਐਪਲੀਕੇਸ਼ਨ ਲਿੱਤੀ ਜਾ ਰਹੀ ਹੈ। ਦੈਟ ਮੀਨਸ ਆਸਟ੍ਰੇਲੀਆ ਦੇ ਵਿੱਚ ਆਪਣਾ 2020 ਸਾਲ ਦੇ ਵਿੱਚ ਨਹੀਂ ਜਾਇਆ ਜਾਏਗਾ। ਮਤਲਬ ਇਹ ਸਾਲ ਦਾ ਟੋਕ ਰਿਹਾ ਤੁਹਾਨੂੰ ਇੱਥੇ ਇੱਕ ਇੱਕ ਕਰਕੇ ਅਸੀਂ ਦਰਸ਼ਕਾਂ ਨੂੰ ਪੁਆਇੰਟਸ ਜ਼ਰੂਰ ਕਲੀਅਰ ਕਰੀਏ। ਸੈਪਟੈਂਬਰ ਇਨਟੇਕ ਜਾਂ ਨਵੰਬਰ ਇਨਟੇਕ ਜਾਂ ਆਸਟ੍ਰੇਲੀਆ ਦੀ ਆਹ ਸਾਲ ਦੀ ਕੋਈ ਵੀ ਇਨਟੇਕ, ਇਹਦੇ ਲਈ ਜੇ ਕੋਈ ਫਾਈਲਸ ਕਹਿ ਰਿਹਾ ਅਪਲਾਈ ਕਰੋ ਤਾਂ ਉਹ ਫੇਕ ਗੱਲ ਹੈ। ਕਰੈਕਟ। ਇਸ ਸਾਲ ਦਾ ਕੋਈ ਵੀ ਇਨਟੇਕ ਨਹੀਂ ਮਿਲੇਗਾ। ਜੇਕਰ ਕਿਸੇ ਦੀ ਕੋਈ ਆਫਰ ਲੈਟਰ ਆਈ ਹੈ, ਫਰਵਰੀ 2021 ਵਾਸਤੇ ਡੈਫਰ ਹੋਏਗੀ। ਪ੍ਰਮੋਟ ਕੀ ਕੀਤਾ ਜਾ ਰਿਹਾ, ਨਵੰਬਰ ਇਨਟੇਕ ਦੇ ਵਿੱਚ ਤੁਸੀਂ ਅਪਲਾਈ ਕਰੋ, ਤੁਸੀਂ ਆਨਲਾਈਨ ਫੀਸ ਭਰਵਾ ਕੇ ਆਪਣੀ ਫੀਸ ਜਮ੍ਹਾਂ ਕਰਵਾ ਦਿਓ ਤੇ ਆਨਲਾਈਨ ਤੁਸੀਂ ਆਪਣੀ ਐਜੂਕੇਸ਼ਨ ਇੱਥੇ ਸ਼ੁਰੂ ਕਰ ਦਿਓ। ਹੁਣ ਆਨਲਾਈਨ ਐਜੂਕੇਸ਼ਨ ਇਸ ਕਰਕੇ ਮੱਕੜਬਾਜੀ ਸ਼ੁਰੂ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਕੁਝ ਯੂਨੀਵਰਸਿਟੀ ਦਾ ਵੀ ਨਾਮ ਵੀ ਲੈ ਲੈਣਾ, ਲਟਰੌਪ ਯੂਨੀਵਰਸਿਟੀ ਆਸਟ੍ਰੇਲੀਆ ਦੇ ਵਿੱਚ ਉਹਨਾਂ ਦਾ ਇੱਕ ਆਰਟੀਕਲ ਆਇਆ ਸੀ ਕਿ ਉਹ ਇਸ ਵੇਲੇ ਬੈਂਕਰਪਸੀ ਦੀ ਤਾਦਾਦ ਦੇ ਉੱਤੇ, ਕੰਡੇ ਦੇ ਉੱਤੇ ਖੜੇ ਹੈ ਕਿਉਂਕਿ ਉਹਨਾਂ ਕੋਲ ਕੋਈ ਵੀ ਸਟੂਡੈਂਟਸ ਨਹੀਂ ਹੈ। ਐਂਡ ਇਸ ਵੇਲੇ ਇੰਟਰਨੈਸ਼ਨਲ ਸਟੂਡੈਂਟ ਜਿਹੜਾ ਵਾ ਇੱਕ ਇਕੋਨਮੀ ਦੇ ਵਿੱਚ ਇਕੋਨਮੀ ਨੂੰ ਬਹੁਤ ਵੱਡੇ ਤਰੀਕੇ ਦੇ ਨਾਲ ਸਪੋਰਟ ਕਰਦਾ। ਹੁਣ ਜੇਕਰ ਉਹ ਉੱਥੇ ਆਪਣਾ ਆਨਲਾਈਨ ਫੀਸਾਂ ਇਸ ਕਰਕੇ ਏਜੰਟਸ ਨੂੰ ਮੋਹਰੇ ਲਾ ਕੇ ਮੰਗੀਆਂ ਜਾ ਰਹੀਆਂ ਕਿ ਵੀ ਨਹੀਂ ਬੱਚੇ ਆ ਸਕਦੇ, ਫਲਾਈਟਾਂ ਨਹੀਂ ਖੁੱਲ ਰਹੀਆਂ, ਕੋਈ ਗੱਲ ਨਹੀਂ, ਆਪਣੀ ਕੰਟਰੀ ਦੇ ਵਿੱਚ ਬੈਠ ਕਰਕੇ ਤੁਸੀਂ ਜੀ ਆਪਣਾ ਪੜ੍ਹਾਈ ਸ਼ੁਰੂ ਕਰ ਦਿਓ। ਬਟ ਅਲਟੀਮੇਟਲੀ ਇਹਦੇ ਵਿੱਚ ਸਟੂਡੈਂਟ ਨੇ ਠੱਗਿਆ ਜਾਣਾ ਆਨਲਾਈਨ ਕਲਾਸਾਂ ਦੇ ਚੱਕਰ ਦੇ ਵਿੱਚ। ਕਿੱਦਾਂ ਠੱਗਿਆ ਜਾਣਾ ਕਿ ਵੀ ਅੱਜ ਬੱਚੇ ਨੇ ਫੀਸ ਪੇ ਕਰਤੀ, ਲੈਟਸ ਸੇ ਜੁਲਾਈ ਇਨਟੇਕ ਹੈ, 17 ਜੁਲਾਈ ਜਾਂ 20 ਜੁਲਾਈ ਨੂੰ ਤੁਹਾਡਾ ਕੋਰਸ ਸ਼ੁਰੂ ਹੋ ਰਿਹਾ ਵਾ। ਹੁਣ ਤੁਹਾਨੂੰ ਵੀ ਪਤਾ ਤੁਸੀਂ ਨਹੀਂ ਜਾ ਰਹੇ, ਏਜੰਟ ਤੁਹਾਨੂੰ ਕਹਿ ਰਿਹਾ ਕਿ ਜੀ ਕੋਈ ਗੱਲ ਨਹੀਂ, ਤੁਸੀਂ ਨਹੀਂ ਜਾ ਪਾ ਰਹੇ, ਆਪਣਾ ਭਵਿੱਖ ਨਾ ਖਰਾਬ ਕਰੋ, ਤੁਹਾਨੂੰ ਪ੍ਰਾਇੋਰਟੀ ਮਿਲੇਗੀ। ਵੀਜ਼ਾ ਨਹੀਂ ਮਿਲਿਆ ਨਾ, ਵੀਜ਼ਾ ਅਪਲਾਈ ਕੀਤਾ, ਪੈਸੇ ਭਰ ਕੇ ਆਨਲਾਈਨ ਕਲਾਸਾਂ ਸ਼ੁਰੂ ਕਰਾਤੀਆਂ। ਹੁਣ ਵੀਜ਼ਾ ਉਹਦਾ ਬੱਚੇ ਨੇ ਅਪਲਾਈ ਕੀਤਾ ਜੀ ਅਕਤੂਬਰ ਦੇ ਵਿੱਚ, ਨਵੰਬਰ ਦੇ ਵਿੱਚ ਜਾਂ ਜਨਵਰੀ ਦੇ ਵਿੱਚ, ਵੀਜ਼ਾ ਉਹਦਾ ਰਿਫਿਊਜ਼ ਹੋ ਗਿਆ ਤੇ ਜਿਹੜੀ ਫੀਸ ਜਮ੍ਹਾਂ ਕੀਤੀ ਹੈ, ਕੁਐਸਚਨ ਇੱਥੇ ਆਉਂਦਾ ਵਾਪਸ ਆਏਗੀ ਕਿ ਯੂਨੀਵਰਸਿਟੀ ਉਦੋਂ ਇਹ ਕਹੇਗੀ ਕਿ ਤੁਸੀਂ 6 ਮਹੀਨੇ ਦਾ ਕੋਰਸ ਪੜ੍ਹ ਲਿਆ ਸੀ, ਵੀਜ਼ੇ ਦੀ ਗਾਰੰਟੀ ਨਹੀਂ ਸੀ ਦਿੱਤੀ। ਅੱਛਾ, ਸੋ ਇਹ ਚੀਜ਼ ਜਾਣਨੀ ਬਹੁਤ ਜ਼ਰੂਰੀ ਹੈ। ਕੋਈ ਵੀ ਸਟੂਡੈਂਟ ਜਿਹੜਾ ਵਾ ਆਨਲਾਈਨ ਆਪਣਾ ਕੋਰਸ ਚਾਲੂ ਕਰਨਾ ਚਾਹੁੰਦਾ, ਉਹਦਾ ਆਪਣਾ ਡਿਸੀਜਨ ਹੈ, ਸਾਡੇ ਵੱਲੋਂ ਕੋਈ ਵੀ ਰਿਕਮੈਂਡੇਸ਼ਨ ਨਹੀਂ ਹੈ। ਮੈਂ ਟੁਕਣਾ ਚਾਹੁੰਦਾ ਤੁਹਾਨੂੰ, ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਕਿ ਪੜ੍ਹਾਈ ਸ਼ੁਰੂ ਹੋ ਗਈ ਆਨਲਾਈਨ, ਤੁਸੀਂ ਤਾਂ ਉੱਥੇ ਪੜ੍ਹਾਈ ਕਰਨ ਜਾਣਾ ਸੀਗਾ, ਫੀਸ ਭਰ ਦਿਓ, ਜਿਵੇਂ ਹੀ ਖੁੱਲੂਗਾ ਨਾਲ ਦੀ ਨਾਲ ਤੁਹਾਨੂੰ ਉੱਥੇ ਵੀਜ਼ਾ ਮਿਲ ਜਾਣਾ ਤਾਂ ਤੁਸੀਂ ਚਲੇ ਜਾਓਗੇ। ਵੀਜ਼ਾ ਦੀ ਕੌਣ ਗਾਰੰਟੀ ਦੇ ਸਕਦਾ ਜਾਂ ਸ਼ੋਰਿਟੀ ਦੇ ਸਕਦਾ? ਵੀਜ਼ਾ ਐਪਲੀਕੇਸ਼ਨ ਤੁਸੀਂ ਅਪਲਾਈ ਕਰਾਉਣੀ ਹੈ, ਫਾਈਨਲ ਡਿਸੀਜਨ ਹਾਈ ਕਮਿਸ਼ਨ ਦਾ ਕਿ ਉਹਨਾਂ ਨੇ ਤੁਹਾਨੂੰ ਵੀਜ਼ਾ ਦੇਣਾ ਕਿ ਨਹੀਂ ਦੇਣਾ। ਕਾਲਜ ਜਾਂ ਯੂਨੀਵਰਸਿਟੀ ਇਹ ਤੈਅ ਨਹੀਂ ਕਰ ਸਕਦੀ ਕਿ ਜੇ ਤੁਹਾਨੂੰ ਆਨਲਾਈਨ ਅਸੀਂ ਕਲਾਸਾਂ ਦੇ ਰਹੇ ਹਾਂ, ਪੜ੍ਹਾ ਰਹੇ ਹਾਂ ਤਾਂ ਕੱਲ ਨੂੰ ਤੁਸੀਂ ਉੱਥੇ ਜਾਓਗੇ ਹੀ ਜਾਓਗੇ। ਕਾਲਜ ਔਰ ਯੂਨੀਵਰਸਿਟੀ ਤੁਹਾਨੂੰ ਦਾਖਲਾ ਦੇ ਕੇ ਪੜ੍ਹਾਈ ਕਰਨ ਦਾ ਮੌਕਾ ਦੇ ਸਕਦੀ ਹੈ, ਤੁਹਾਨੂੰ ਉੱਥੇ ਦਾ ਟਰੈਵਲ ਪਾਸ ਨਹੀਂ ਦੇ ਸਕਦੀ ਕਿ ਤੁਸੀਂ ਜੀ ਇਹਦੀ ਗਾਰੰਟੀ ਨਹੀਂ ਦੇ ਸਕਦੀ ਕਿ ਤੁਸੀਂ ਜੇਕਰ ਆਨਲਾਈਨ ਕਲਾਸ ਸ਼ੁਰੂ ਕਰੋਗੇ ਤੇ ਤੁਹਾਡਾ ਵੀਜ਼ਾ ਲੱਗੇਗਾ ਹੀ ਲੱਗੇਗਾ। ਇਹ ਕਿਤੇ ਵੀ ਇਦਾਂ ਦਾ ਕੋਈ ਕਾਨੂੰਨ ਨਹੀਂ ਹੈ, ਨਾ ਕਦੀ ਹੋ ਸਕਦਾ ਹੈ ਕਿਉਂਕਿ ਇਹ ਜਿਹੜਾ ਹੈਗਾ DIBP ਵੱਲੋਂ, ਆਸਟ੍ਰੇਲੀਅਨ ਗਵਰਨਮੈਂਟ ਵੱਲੋਂ ਆਸਟ੍ਰੇਲੀਅਨ ਹਾਈ ਕਮਿਸ਼ਨ ਦਾ ਵੈਬੀਨਾਰ ਰੀਸੈਂਟਲੀ 4 ਦਿਨ ਪਹਿਲੇ ਅਟੈਂਡ ਕਰਕੇ ਹਟਿਆ। ਔਰ ਚ ਕਲੀਅਰਲੀ ਕਿਹਾ ਗਿਆ 2020 ਚ ਸਾਡੀ ਫਰਦਰ ਜਦ ਤੱਕ ਤੁਹਾਨੂੰ ਇਨਫੋਰਮੇਸ਼ਨ ਨਹੀਂ ਆਂਦੀ ਅਸੀਂ ਇੰਟੀਮੇਟ ਨਹੀਂ ਕਰਦੇ ਕੋਈ ਵੀ ਐਪਲੀਕੇਸ਼ਨ ਆਪਣੀ ਆਨਲਾਈਨ ਵੀ ਵੀਜ਼ਾ ਲਈ ਦਰਜ ਨਾ ਕਰੋ। ਆਸਟ੍ਰੇਲੀਆ ਸਾਹਿਬ ਇੱਥੇ ਇੱਕ ਸਵਾਲ ਹੈ, ਸੁਖਵਿੰਦਰ ਸਿੰਘ ਸਰਾਂ ਨੇ ਸਵਾਲ ਕਰ ਰਿਹਾ ਹੈ ਕਿ ਲੋਕ ਉੱਥੇ ਪੜ੍ਹਨ ਵਾਸਤੇ ਤਾਂ ਜਾਂਦੇ ਹੀ ਨਹੀਂ,
ਤਾਂ ਫਿਰ ਉਹ ਪੈਸਾ ਕਿਉਂ ਭਰਨ? ਜੇ ਪੜ੍ਹਾਈ ਵਾਸਤੇ ਤਾਂ ਇੱਥੇ ਵੀ ਪੜ੍ਹਾਈ ਕਰ ਲੈਣਗੇ, ਬਿਹਤਰ ਪੜ੍ਹਾਈ ਹੈ ਸਾਡੇ ਇੱਥੇ। ਬਹੁਤ ਵਧੀਆ ਸਵਾਲ ਹੈ, ਕਹਿ ਲਓ ਨਾ ਕਿ ਬਿਲਕੁਲ ਐ ਟਿਕਾਣੇ ਤੇ ਲਿਆ ਕਰਕੇ ਗੱਲ ਮਾਰੀ ਹੈ ਕਿ ਭਈ ਉੱਥੇ ਦਾ ਮੇਨ ਮੇਰਾ ਪਹੁੰਚਣ ਦਾ ਮਕਸਦ ਹੈ ਜੀ ਕਿ ਵੀ ਮੇਰਾ ਇੱਥੋਂ ਸਿੱਧੀ ਪਰਮਾਨੈਂਟ ਰੈਜ਼ੀਡੈਂਸੀ ਨਹੀਂ ਹੋ ਸਕਦੀ। ਮੈਨੂੰ ਇੱਕ ਸਟੂਡੈਂਟ ਦੇ ਪਲੇਟਫਾਰਮ ਤੇ ਐਜ਼ ਅ ਸਟੂਡੈਂਟ ਮੈਨੂੰ ਉੱਥੇ ਜਾਣਾ, ਮੈਂ ਪੜ੍ਹਾਈ ਖਤਮ ਕਰਕੇ ਉੱਥੇ ਸੈਟਲ ਹੋ ਜਾਵਾਂਗਾ। ਮੇਰਾ ਮਕਸਦ ਉੱਥੇ ਸੈਟਲ ਹੁੰਦਾ, ਬਟ ਮੈਨੂੰ ਪੜ੍ਹਾਈ ਕਰਨੀ ਪੈਣੀ ਹੈ। ਜੇਕਰ ਮੈਂ ਉੱਥੇ ਪਹੁੰਚ ਹੀ ਨਹੀਂ ਪਾਵਾਂਗਾ, ਮੇਰੇ ਪੈਸੇ ਦਾ ਰਿਸਕ ਹੈ, ਤੇ ਮੈਂ ਆਨਲਾਈਨ ਕੋਰਸ ਕਿਉਂ ਸ਼ੁਰੂ ਕਰਾਂ? ਸਾਡਾ ਵੀ ਟੌਪਿਕ ਇਹੀ ਹੈ ਕਿ ਸਟੂਡੈਂਟ ਨੂੰ ਆਨਲਾਈਨ ਨਹੀਂ ਆਪਣੀ ਐਜੂਕੇਸ਼ਨ ਸ਼ੁਰੂ ਕਰਨੀ ਚਾਹੀਦੀ, ਬਟ ਸਟਿਲ ਇੱਕ ਬੱਚੇ ਦਾ ਆਪਣੇ ਵਾਲਾ ਡਿਸੀਜਨ ਉਹ ਕੀ ਕਰਨਾ ਚਾਹੁੰਦਾ, ਕੀ ਨਹੀਂ ਕਰਨਾ ਚਾਹੁੰਦਾ। ਚਰਚਾਵਾਂ ਹੋ ਰਹੀਆਂ, ਕੋਈ ਕਹਿ ਰਿਹਾ ਕਿ ਡੂਓਲਿੰਗੋ ਟੈਸਟ ਆ ਗਿਆ, ਉਹ ਕਰ ਲਓ। ਕੋਈ ਕਹਿ ਰਿਹਾ ਕਿ ਹੋਰ ਬਹੁਤ ਸਾਰੇ ਆਲਟਰਨੇਟ ਆਇਲਸ ਦੇ ਵੀ ਆ ਜਾਣੇ, ਕਿਉਂਕਿ ਆਇਲਸ ਹੁੰਦੀ ਦਿਸ ਨਹੀਂ ਰਹੀ, ਬਾਇਓਮੈਟ੍ਰਿਕਸ ਅਜੇ ਚੱਲੇ ਨਹੀਂ, ਫਲਾਈਟਸ ਚੱਲੀਆਂ ਨਹੀਂ। ਸਹੀ ਸਟੇਟਸ ਕੀ ਹੈ ਕਿ ਬੱਚੇ ਗੁੰਮਰਾਹ ਨਾ ਹੋਣ? ਘੱਟੋ ਘੱਟ ਬਹੁਤ ਔਖਾ ਪੈਸਾ ਕਮਾਉਂਦੇ ਮਾਪਿਓ ਭੱਟੀ ਸਾਹਿਬ। ਸਟ੍ਰੇਟ ਫਾਰਵਰਡ ਹੈ ਮੱਕੜ ਸਾਹਿਬ, ਕਿਤੇ ਵੀ ਕੋਈ ਪੰਗੇ ਲੈਣ ਦੀ ਲੋੜ ਨਹੀਂ ਹੈ। ਤੁਸੀਂ ਆਪਣਾ ਟਾਈਮ ਕਿਲ ਕਰਨ ਵਾਸਤੇ ਡੂਓਲਿੰਗੋ ਟੈਸਟ ਕਰਨਾ ਜੀ, ਸਦਕੇ ਕਰ ਲਓ ਕਿ ਯਾਰ ਮੈਂ ਪ੍ਰੈਕਟਿਸ ਕਰ ਰਿਹਾ ਵਾਂ, 4000 ਰੁਪਏ ਉਹਦੀ ਫੀਸ ਹੈਗੀ ਹੈ। ਜੇ ਤੁਸੀਂ ਕਹੋ ਆਫੀਸ਼ੀਅਲੀ ਕਿਸੇ ਅੰਬੈਸੀ ਵੱਲੋਂ ਇਹ ਸਟੇਟਮੈਂਟ ਆਈ ਹੈ ਕਿ ਅਸੀਂ ਡੂਓਲਿੰਗੋ ਟੈਸਟ ਨੂੰ ਮੰਨਦੇ ਆ, ਕੈਨੇਡੀਅਨ ਹਾਈ ਕਮਿਸ਼ਨ ਨੂੰ ਮੇਰੇ ਟਵਿੱਟਰ ਅਕਾਊਂਟ ਦੇ ਵਿੱਚ ਚਲੇ ਜਾਓ, ਮੈਂ ਟਵੀਟ ਕੀਤਾ ਸੀਗਾ ਕੈਨੇਡੀਅਨ ਹਾਈ ਕਮਿਸ਼ਨ ਨੂੰ, CIC ਨੂੰ, ਐਂਡ ਪਲੱਸ ਇੱਥੇ ਜਿਹੜੀ ਹਾਈ ਕਮਿਸ਼ਨ ਇਨ ਇੰਡੀਆ, ਕੈਨੇਡੀਅਨ ਹਾਈ ਕਮਿਸ਼ਨ ਇਨ ਇੰਡੀਆ, ਉਹਨਾਂ ਦਾ ਅਕਾਊਂਟ ਆ, ਉੱਤੇ ਟਵੀਟ ਕੀਤਾ ਸੀ ਕਿ ਡੂਓਲਿੰਗੋ ਟੈਸਟ ਨੂੰ ਤੁਸੀਂ ਐਕਸੈਪਟ ਕਰਦੇ ਹੋ ਕਿ ਨਹੀਂ ਕਰਦੇ ਹੋ ਇਨ ਦਾ ਜਨਰਲ ਕੈਟੇਗਰੀ ਐਜ਼ ਵੈਲ। ਅੱਗੋਂ ਉਹਨਾਂ ਨੇ ਸਾਫ਼ ਇੱਕ ਲਿੰਕ ਭੇਜਤਾ ਸੀ ਕਿ ਵੀ ਸਾਡੇ ਵੱਲੋਂ ਇਦਾਂ ਦੀ ਕੋਈ ਵੀ ਇੰਟੀਮੇਸ਼ਨ ਜਾਰੀ ਨਹੀਂ ਕੀਤੀ, ਆਫੀਸ਼ੀਅਲ ਹੈ ਮੇਰੇ ਕਿਸ ਕੰਟਰੀ ਦੇ ਵੱਲੋਂ? ਇਹ ਮੈਂ ਕੈਨੇਡੀਅਨ ਹਾਈ ਕਮਿਸ਼ਨ ਇਨ ਇੰਡੀਆ ਜਿਹੜਾ ਇਹਨਾਂ ਦਾ ਹੈਗਾ ਵਾ ਟਵਿੱਟਰ ਅਕਾਊਂਟ, ਉਹਦੇ ਦਾ ਮੇਰੇ ਕੋਲ ਟਵੀਟ ਆਇਆ ਹੋਇਆ ਵਾ ਕਿ ਜੀ ਅਸੀਂ ਸਾਡੇ ਵੱਲੋਂ ਕੋਈ ਵੀ ਇਦਾਂ ਹੀ ਨੋਟੀਫਿਕੇਸ਼ਨ ਨਹੀਂ ਜਾਰੀ ਕੀਤੀ ਗਈ ਕਿ ਡੂਓਲਿੰਗੋ ਨੂੰ ਪ੍ਰਮੋਟ ਕੀਤਾ ਜਾ ਰਿਹਾ, ਉਹ ਇੰਸਟੀਟਿਊਟ ਵੱਲੋਂ ਪ੍ਰਮੋਟ ਕੀਤਾ ਜਾ ਰਿਹਾ। ਪਲੀਜ਼ ਅੰਡਰਸਟੈਂਡ, ਦੋ ਅਲੱਗ-ਅਲੱਗ ਚੀਜ਼ਾਂ ਹੈ। ਜਦੋਂ ਅਸੀਂ ਕੈਨੇਡਾ ਦੀ SDS ਐਪਲੀਕੇਸ਼ਨ ਕੈਟਾਗਰੀ ਚ ਪਾਉਂਦੇ ਆ, ਉੱਤੇ ਇੱਕੋ ਹੀ ਟੈਸਟ ਆਉਂਦਾ ਆਇਲਸ, ਉੱਥੇ PTE ਬਾਰੇ ਵੀ ਨਹੀਂ ਗੱਲ ਹੁੰਦੀ। ਬਟ ਜਦੋਂ ਅਸੀਂ ਜਨਰਲ ਐਪਲੀਕੇਸ਼ਨ ਲਗਾਉਂਦੇ ਆ ਤੇ ਉਹਦੇ ਚ PTE ਕਰ ਲਓ, ਡੂਓਲਿੰਗੋ ਕਰ ਲਓ, ਆਇਲਸ ਕਰ ਲਓ, ਤੁਸੀਂ ਕੋਈ ਵੀ ਕੀਤਾ, ਤੁਸੀਂ ਆਪਣੇ ਵੱਲੋਂ ਕੋਈ ਵੀ ਚੀਜ਼ ਸਬਮਿਟ ਕਰ ਸਕਦੇ ਹੋ। ਫਾਈਨਲ ਡਿਸੀਜਨ ਉਹਨਾਂ ਦਾ ਵਾ ਕਿ ਉਹਨਾਂ ਨੇ ਤੁਹਾਨੂੰ ਵੀਜ਼ਾ ਦੇਣਾ ਹੈ ਕਿ ਨਹੀਂ ਦੇਣਾ। ਬਟ ਜੇ SDS ਦੀ ਚੈੱਕਲਿਸਟ ਦੇਖ ਲਈਏ ਤੇ SDS ਦੀ ਚੈੱਕਲਿਸਟ ਸਾਫ਼ ਕਹਿੰਦੀ ਹੈ ਓਨਲੀ ਐਂਡ ਓਨਲੀ ਆਇਲਸ। ਸੋ ਡੂਓਲਿੰਗੋ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਕੰਟਰੀ ਬਾਈ ਕੰਟਰੀ ਗੱਲ ਕਰ ਲੈਂਦੇ ਆ। ਆਸਟ੍ਰੇਲੀਆ ਇੱਕ ਸਵਾਲ ਲੈ ਲਾ, ਮੈਂ ਵਾਪਸ ਆਉਣਾ, ਸਾਰੀਆਂ ਕੰਟਰੀਆਂ ਬਾਰੇ ਜਾਣਕਾਰੀ ਲਊਂਗਾ। ਬਲਰਾਮ ਸਿੰਘ ਕਾਲੀਪੁਰ ਸਾਹਿਬ ਦਾ ਸਵਾਲ ਕੀਤਾ ਕਿ ਵਿਦਿਆਰਥੀ ਦਾ ਮਾਰਚ ਅਖੀਰ ਚ ਵੀਜ਼ਾ ਆਇਆ, ਉਹ ਕੀ ਕਰੇ ਹੁਣ? ਕਿਹੜੀ ਕੰਟਰੀ ਦਾ? ਬਲਰਾਮ ਸਿੰਘ ਕਾਲੀਪੁਰ ਸਾਹਿਬ, ਤੁਸੀਂ ਕੰਟਰੀ ਨਹੀਂ ਲਿਖੀ ਹੋਈ, ਤੁਸੀਂ ਆਪਣੀ ਕੰਟਰੀ ਜ਼ਰੂਰ ਲਿਖ ਕੇ ਦੁਬਾਰਾ ਕਮੈਂਟ ਕਰੋ ਕਿ ਕਿਹੜੀ ਕੰਟਰੀ ਦਾ ਵੀਜ਼ਾ ਆਇਆ। ਤੁਸੀਂ ਆਪਾਂ ਵਾਪਸ ਉਸੇ ਗੱਲ ਤੇ ਆਉਨੇ, ਕਮੈਂਟ ਕਰਨਗੇ ਤਾਂ ਮੈਂ ਦੁਬਾਰਾ ਤੁਹਾਨੂੰ ਸਵਾਲ ਕਰਦਾ। ਜੇ ਮੈਂ ਕੈਨੇਡਾ ਮੰਨ ਕੇ ਚੱਲਾਂ, ਜੇ ਕੈਨੇਡਾ ਦਾ ਵੀਜ਼ਾ ਕਿਸੇ ਦਾ ਆਇਆ ਹੋਇਆ, ਜੇ ਕੈਨੇਡਾ ਦਾ ਵੀਜ਼ਾ ਆਇਆ ਕਿਰੇ ਇਨਟੇਕ ਵਾਸਤੇ ਆਇਆ ਸੀ, ਲੈਟਸ ਸੇ ਅਜ਼ਿਊਮ ਕਰ ਰਿਹਾ ਮਈ ਇਨਟੇਕ ਵਾਸਤੇ ਆਇਆ, ਮਈ ਇਨਟੇਕ ਤੇ ਨਿਕਲ ਗਿਆ, ਕਾਂਟਾ ਵੱਜ ਗਿਆ, ਸੈਪਟੈਂਬਰ ਇਨਟੇਕ ਦਾ ਡੈਫਰ LOA ਲੈ ਲਓ ਨਾਲ, ਔਰ ਤੇ LOA ਤੇ ਲਿਖ ਕੇ ਲੈ ਲਓ। LOA ਤੇ ਨਾ ਇੱਕ ਐਕਸਪਾਇਰੀ ਡੇਟ ਹੁੰਦੀ ਹੈ ਕਿ ਇਹ LOA ਕਦੋਂ ਐਕਸਪਾਇਰ ਹੋ ਰਹੀ ਹੈ, ਉਹ ਥੱਲੇ ਰਿਮਾਰਕਸ ਜ਼ਰੂਰ ਆਪਣੇ ਕੰਸਲਟੈਂਟ ਨੂੰ ਕਹਿ ਕੇ ਪਵਾ ਲਓ ਕਿ ਜੇ ਮੈਨੂੰ ਸੈਪਟੈਂਬਰ 'ਚ ਟਰੈਵਲ ਨਹੀਂ ਕਰਨ ਦਿੱਤਾ ਗਿਆ, ਮੇਰੀ ਕੰਟਰੀ ਦੇ ਵਿੱਚੋਂ ਫਲਾਈਟਸ ਇੰਟਰਨੈਸ਼ਨਲ ਨਹੀਂ ਖੁੱਲੀਆਂ, ਤੇ ਇਹੀ LOA ਜਨਵਰੀ ਵਾਸਤੇ ਵੈਲਿਡ ਹੋਏਗਾ। ਜਿੰਨੀ ਦੇਰ ਦਾ ਤੁਹਾਡਾ ਵੀਜ਼ਾ ਨਿਕਲ ਜਾਣਾ ਵਾ, ਉਹ ਜਦੋਂ ਤੁਸੀਂ ਉੱਥੇ ਪਹੁੰਚ ਕੇ ਇਨਰੋਲ ਕਰਦੇ ਹੋ, ਆਟੋਮੈਟਿਕਲੀ ਜਦੋਂ ਵਧਾਉਣ ਦਾ ਟਾਈਮ ਆਣਾ ਰੀਨਿਊ ਹੋ ਜਾਏਗਾ, ਨੁਕਸਾਨ ਕੋਈ ਨਹੀਂ ਹੁੰਦਾ ਵਾ। ਕੰਟਰੀ ਵਾਈਜ਼ ਗੱਲ ਕਰ ਲਈਏ ਕਿ ਦੁਨੀਆ ਦੀ ਕਿਸੇ ਕੰਟਰੀ ਨੇ, ਕਿਉਂਕਿ ਨਿਊਜ਼ੀਲੈਂਡ ਹਾਲਾਂਕਿ ਕਰੋਨਾ ਫ੍ਰੀ ਹੋ ਗਿਆ, ਪਰ ਨਿਊਜ਼ੀਲੈਂਡ ਕੀ ਜਾ ਸਕਦਾ ਕੋਈ? ਆਸਟ੍ਰੇਲੀਆ ਦੇ ਕੀ ਹਾਲਾਤ ਨੇ? ਕੈਨੇਡਾ, ਇੰਗਲੈਂਡ ਦੇ ਕੀ ਹਾਲਾਤ ਨੇ? ਦੇਖੋ, ਨਿਊਜ਼ੀਲੈਂਡ ਕਰੋਨਾ ਫ੍ਰੀ ਹੋ ਗਿਆ, ਇਹ ਸਟੇਟਮੈਂਟ ਸਾਨੂੰ 2 ਦਿਨ ਪਹਿਲੇ ਆਈ, ਬਟ ਕੋਈ ਵੀ ਹਜੇ ਉੱਥੇ ਸਟੂਡੈਂਟਸ ਵੱਲੋਂ ਅਪਡੇਸ਼ਨ ਜਾਂ ਸਟੂਡੈਂਟ ਵੱਲੋਂ ਸਟੂਡੈਂਟ ਲਈ, ਇੰਟਰਨੈਸ਼ਨਲ ਸਟੂਡੈਂਟ ਲਈ ਇੰਡੀਆ ਤੋਂ ਕੋਈ ਵੀ ਅਨਾਉਂਸਮੈਂਟ ਨਹੀਂ ਆਈ ਹੈ ਕਿ ਉਹਨਾਂ ਨੇ ਆਪਣੇ ਬਾਰਡਰਸ ਖੋਲ੍ਹਤੇ ਹੈ ਜੀ, ਤੁਸੀਂ ਇੱਥੇ ਵੀਜ਼ਾਸ ਅਪਲਾਈ ਕਰ ਸਕਦੇ ਹੋ। ਫॉर ਨਿਊਜ਼ੀਲੈਂਡ ਦਾ ਐਬਸੋਲੂਟਲੀ ਦਾ ਆਨਸਰ ਇਜ਼ ਨੋ। ਜੇਕਰ ਅਸੀਂ ਆਸਟ੍ਰੇਲੀਆ ਦੀ ਗੱਲ ਕਰ ਲੈਂਦੇ ਹਾਂ, ਆਸਟ੍ਰੇਲੀਆ ਦੇ ਵਿੱਚ ਉਹ ਇਹ ਕਹਿ ਰਿਹਾ 2020 ਨੂੰ ਤੁਸੀਂ ਭੁੱਲ ਜਾਓ, ਫਰਵਰੀ 2021 ਵਾਸਤੇ ਐਪਲੀਕੇਸ਼ਨ ਅਪਲਾਈ ਕਰ ਸਕਦੇ ਹੋ। ਸੈਪਟੈਂਬਰ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ, ਤੁਸੀਂ ਆਨਲਾਈਨ ਐਪਲੀਕੇਸ਼ਨ ਦਰਜ ਕਰ ਦਿਓ। ਕੈਨੇਡਾ ਦੇ ਵਿੱਚ ਕੈਨੇਡਾ ਕਹਿ ਰਿਹਾ ਕਿ ਜੇਕਰ ਤੁਹਾਡੇ ਕੋਲ GIC ਪੇਡ ਹੈ, ਤੁਹਾਡਾ ਮੈਡੀਕਲ ਅੱਜ ਦੀ ਡੇਟ ਵੀ ਮੈਡੀਕਲ ਹੋ ਰਿਹਾ, ਮੈਡੀਕਲ ਹੋਇਆ ਹੋਇਆ, ਤੁਹਾਡੀ ਐਪਲੀਕੇਸ਼ਨ ਪਹਿਲੇ ਰਿਫਿਊਜ਼ ਸੀਗੀ ਜਾਂ ਤੁਸੀਂ ਆਪਣੇ ਤੁਹਾਡੇ ਫਿੰਗਰਪ੍ਰਿੰਟਸ ਅੱਜ ਵੀ ਵੈਲਿਡ ਹੈ, 1 ਸਾਲ ਦੇ ਅੰਦਰ ਅੰਦਰ ਦਿੱਤੇ ਹੈ, ਤੁਸੀਂ CIC ਦੀ ਵੈਬਸਾਈਟ ਤੇ ਜਾ ਕੇ ਆਨਲਾਈਨ ਐਪਲੀਕੇਸ਼ਨ ਵੀ ਦਰਜ ਕਰ ਸਕਦੇ ਹੋ, ਉਹਦੇ ਵਿੱਚ ਕੋਈ ਵੀ ਰੋਕ ਨਹੀਂ ਹੈ। ਰਾਈਟ ਨਾਓ ਸੈਪਟੈਂਬਰ 2020 ਇਨਟੇਕ ਮਿਲੇਗਾ ਕੈਨੇਡਾ ਜਾਣ ਵਾਸਤੇ, ਅਕਤੂਬਰ ਦੇਣਗੇ, ਨਵੰਬਰ ਡੈਫਰ ਕਰਨਗੇ ਕਿ ਜਨਵਰੀ ਡੈਫਰ ਕਰਨਗੇ, ਇਹ ਚੀਜ਼ ਡਿਸਾਈਡ ਕਰੇਗੀ ਇੰਡੀਆ ਦੇ ਹਾਲਾਤ ਕਿਹੜੀ ਡਾਇਰੈਕਸ਼ਨ ਨੂੰ ਜਾਂਦੇ ਆ। ਇੱਥੇ ਜੇਕਰ ਕਰੋਨਾ ਕੇਸਿਸ ਬਹੁਤ ਸਾਰੇ
ਵੱਧ ਗਏ, ਪ੍ਰਮਾਤਮਾ ਨਾ ਕਰੇ ਜੇਕਰ ਇੱਥੇ ਹਾਲਾਤ ਬਦ ਤੋਂ ਬੱਤਰ ਹੋ ਗਏ ਤੇ ਦੈਨ ਹੋ ਸਕਦਾ ਕਿ ਇੰਡੀਆ ਦੇ ਉੱਤੇ ਵੀ ਉਹ ਬੈਨ ਲਗਾ ਦੇਣ ਕਿ ਹਜੇ ਇੰਡੀਆ ਤੋਂ ਕੋਈ ਵੀ ਸਟੂਡੈਂਟ ਜਾਂ ਸਟੂਡੈਂਟ ਨੂੰ 2 ਮਿੰਟ ਵਾਸਤੇ ਛੱਡ ਦਿੰਦੇ ਆ ਕਿ ਇੰਡੀਆ ਤੋਂ ਕੋਈ ਵੀ ਫਲਾਈਟ ਅਸੀਂ ਲੈਂਡ ਨਹੀਂ ਕਰਵਾਉਣ ਦੇਵਾਂਗੇ ਕੈਨੇਡਾ ਦੇ ਵਿੱਚ। ਅਸੀਂ ਕੈਨੇਡਾ ਦੀ ਪਾਰਟਿਕੂਲਰਲੀ ਗੱਲ ਕੀਤੀ, ਨਿਊਜ਼ੀਲੈਂਡ ਔਰ ਆਸਟ੍ਰੇਲੀਆ ਬਾਰੇ ਆਨਸਰ ਦੇ ਦਿੱਤਾ ਕਿ 2020 ਨਹੀਂ ਦਿਸਦਾ, ਕੈਨੇਡਾ ਦੇ ਵਿੱਚ ਦਿਸਦਾ ਵਾ, ਬਟ ਸਪਟੈਂਬਰ ਮਿਲੇਗਾ, ਅਕਤੂਬਰ ਮਿਲੇਗਾ, ਜਨਵਰੀ ਇਨਟੇਕ ਮਿਲੇਗਾ। ਟਰੈਵਲ ਕਦੋਂ ਕਰ ਪਾਓਗੇ ਇਹ ਡਿਸਾਈਡ ਕਰੇਗੇ ਇਸ ਵੇਲੇ ਕਰੰਟ ਇੰਡੀਆ ਦੇ ਹਾਲਾਤ ਹੈ। ਲਾਸਟ ਕੰਟਰੀ ਬਚ ਜਾਂਦੀ ਹੈ ਯੂਕੇ। ਯੂਕੇ ਦੇ ਵਿੱਚੋਂ ਕਲੀਅਰ ਬੋਲਡ ਸਟੇਟਮੈਂਟਸ ਦਿੱਤੀਆਂ ਜਾ ਰਹੀਆਂ ਨੇ ਕਿ ਸਪਟੈਂਬਰ 2020 ਇਨਟੇਕ ਸਾਡਾ ਔਨ ਹੈ। ਸਟੂਡੈਂਟ ਅਸੀਂ 100 ਦੀ ਬਜਾਏ 33 ਸਟੂਡੈਂਟ ਲਵਾਂਗੇ, 33% ਕੈਸ਼ ਕੱਢਣ ਦੀ ਉਹਨਾਂ ਨੂੰ ਆਫੀਸ਼ੀਅਲ ਹੈ। ਸਾਰੀਆਂ ਯੂਨੀਵਰਸਿਟੀਜ਼ ਜਿਹੜੀ ਯੂਨੀਵਰਸਿਟੀ ਕੰਮ ਕਰਦੀ ਉਹਨਾਂ ਦੀ ਵੈਬਸਾਈਟ ਦੇ ਉੱਤੇ ਲਿਖਿਆ। ਯੂਕੇ ਦਾ ਮੇਨ ਇੱਕ ਹੈ ਵੀ ਯੂਕੇ ਜੇਕਰ ਅੱਜ ਕਿਸੇ ਕੋਲ ਟੂਰਿਸਟ ਵੀਜ਼ਾ ਹੈ, ਇੰਡੀਆ ਤੋਂ ਫਲਾਈਟ ਨਹੀਂ ਚੱਲ ਰਹੀ, ਇਹਨੂੰ ਭੁੱਲਣਾ ਨਾ, ਜਿਸ ਦਿਨ ਇੰਡੀਆ ਤੋਂ ਫਲਾਈਟ ਚੱਲਣੀ ਸ਼ੁਰੂ ਹੋ ਗਈ ਹੈ ਤੁਹਾਡੇ ਕੋਲ ਟੂਰਿਸਟ ਵੀਜ਼ਾ ਵੀ ਹੈ, ਤੁਸੀਂ ਯੂਕੇ ਜਾ ਸਕਦੇ ਹੋ। ਤੁਸੀਂ ਆਪਣੇ ਆਪ ਨੂੰ ਸਿਰਫ 14 ਦਿਨ ਦਾ ਕੁਆਰੰਟਾਈਨ ਕਰਨਾ ਹੈ। ਯੂਕੇ ਬੀਏ ਦੀ ਵੈਬਸਾਈਟ ਦੇ ਉੱਤੇ ਕਲੀਅਰਲੀ ਲਿਖਿਆ ਕੋਈ ਵੀ ਵਿਦਿਆਰਥੀ ਵੀ ਜਾ ਰਿਹਾ, ਚਾਹੇ ਉਹ ਟੂਰਿਸਟ ਜਾ ਰਿਹਾ, ਵਿਦਿਆਰਥੀ ਜਾ ਰਿਹਾ, 14 ਦਿਨ ਜਾ ਕੇ ਕੁਆਰੰਟਾਈਨ ਕਰਨਾ ਪੈਣਾ। ਇਹ ਆਫੀਸ਼ੀਅਲ ਸਟੇਟਮੈਂਟ ਯੂਕੇ ਬੀਏ ਦੀ ਵੈਬਸਾਈਟ ਦੇ ਉੱਤੇ ਹੈ ਕਿ ਵੀ ਤੁਸੀਂ 14 ਦਿਨ, ਕੋਈ ਵੀ ਟਰੈਵਲਰ ਇੱਥੇ ਆਂਦਾ ਉਹਨੂੰ 14 ਦਿਨ ਕੁਆਰੰਟਾਈਨ ਕਰਨਾ ਪਏਗਾ। ਇੱਕ ਗੱਲ ਕਲੀਅਰ ਕਰੋ ਕਿ ਕੀ ਇੰਡੀਆ ਤੋਂ ਫਲਾਈਟਸ ਬੰਦ ਨੇ? ਯੂਕੇ ਨੇ ਖੋਲ ਦਿੱਤਾ, ਜੇ ਇੰਡੀਆ ਤੋਂ ਫਲਾਈਟਸ ਚੱਲਦੀਆਂ ਤਾਂ ਉਹ ਆ ਰਹੀਆਂ ਉੱਥੇ ਫਲਾਈਟਸ ਇੰਟਰਨੈਸ਼ਨਲ। ਮੱਕੜ ਬਾਜੀ ਕੱਲਾ ਯੂਕੇ ਦੇ ਵਿੱਚ ਇੰਡੀਆ ਤੋਂ ਟਰੈਵਲਰ ਨਹੀਂ ਜਾਂਦਾ ਨਾ, ਵਰਲਡ ਵਾਈਡ ਜਾਂਦਾ। ਐਂਡ ਇੰਟਰਨੈਸ਼ਨਲ ਬਾਰਡਰਸ ਦੀ ਜਦੋਂ ਗੱਲ ਕਰਦੇ ਆ ਕਿ ਅੱਜ ਮੇਰੇ ਇੱਕ ਕੰਟਰੀ ਦੇ ਇੰਟਰਨੈਸ਼ਨਲ ਬਾਰਡਰਸ ਬੰਦ ਹੋ ਗਏ, ਉਹ ਇੰਟਰਨੈਸ਼ਨਲ ਬਾਰਡਰ ਸਪੈਸੀਫਿਕਲੀ ਇਹ ਨਹੀਂ ਹੋ ਸਕਦਾ ਕਿ ਵੀ ਇੰਡੀਆ ਲਈ ਬੰਦ ਹੋ ਗਏ ਕਿ ਇੰਡੀਆ ਦਾ ਅਸੀਂ ਕੋਈ ਟਰੈਵਲਰ ਨਹੀਂ ਆਉਣ ਦੇਣਾ। ਇਸ ਵੇਲੇ ਉਹਨਾਂ ਦੇ ਇੰਟਰਨੈਸ਼ਨਲ ਬਾਰਡਰ ਖੁੱਲੇ, ਜਿਹੜੀ ਕੰਟਰੀ ਤੋਂ ਫਲਾਈਟ ਉੱਥੇ ਜਾਂਦੀ ਹੈ ਉਹ ਟਰੈਵਲਰ ਨੂੰ ਉੱਥੇ ਜਾ ਕੇ 14 ਦਿਨ ਕੁਆਰੰਟਾਈਨ ਕਰਨਾ ਪੈਂਦਾ ਹੈ। ਫੋਰ ਐਗਜ਼ਾਮਪਲ ਕਿਸੇ ਨੇ ਜਰਮਨੀ ਤੋਂ ਟਰੈਵਲ ਕਰਕੇ ਜਾਣਾ ਜਾਂ ਯੂਰਪ ਦੇ ਕਿਸੇ ਵੀ ਕੰਟੀਨੈਂਟ ਤੋਂ ਟਰੈਵਲ ਕਰਕੇ ਜਾਣਾ, ਮਿਡਲ ਈਸਟ ਤੋਂ ਜਾਣਾ ਵਾ ਜਾਂ ਜਿੱਥੋਂ ਫਲਾਈਟਸ ਚੱਲ ਰਹੀਆਂ ਨੇ ਉੱਥੋਂ ਜੇਕਰ ਟਰੈਵਲ ਕਰਕੇ ਉੱਥੇ ਬੰਦਾ ਪਹੁੰਚਦਾ, ਯੂਕੇ ਦੇ ਵਿੱਚ ਉਹਨਾਂ ਦੀ ਪਾਲਿਸੀ ਹੈ 14 ਦਿਨ ਕੁਆਰੰਟਾਈਨ ਕਰਨਾ। ਅਸੀਂ ਇੰਡੀਆ 'ਚ ਬੈਠੇ ਹਾਂ ਤੇ ਅਸੀਂ ਇੰਡੀਆ ਦੀ ਗੱਲ ਕਰ ਸਕਦੇ ਹਾਂ। ਜਿਸ ਦਿਨ ਇੰਡੀਆ ਤੋਂ ਫਲਾਈਟ ਚਾਲੂ ਹੋਣਗੀਆਂ, ਰੋਜ਼ ਇੱਕ ਨਵੀਂ ਖਬਰ ਪਤਾ ਲੱਗਦੀ ਹੈ ਕਿ ਜੀ ਜੂਨ ਐਂਡ 'ਚ ਪਤਾ ਲੱਗ ਜਾਏਗਾ ਫਲਾਈਟਾਂ ਖੁੱਲ ਰਹੀਆਂ, ਜੁਲਾਈ ਐਂਡ 'ਚ ਪਤਾ ਲੱਗ ਜਾਏਗਾ ਜਾਂ ਜੁਲਾਈ ਅਰਲੀ ਵੀਕ ਪਤਾ ਲੱਗ ਜਾਏਗਾ। ਇਸ ਵੇਲੇ ऑनलाइन वीज़ास कोई भी एप्लीकेंट यूके का भी अप्लाई कर सकता, बट एप्लीकेशन सबमिट उदों होएगी यूके की जदों बायोमैट्रिक सेंटर यानी कि VFS खुलणगे। ऑफिशियल स्टेटमेंट नहीं है, बट 1 जून जी की बीत चुकी है, उन्होंने अपना स्टाफ वापस बुला लिया। बायोमैट्रिक्स किस तरीके दे नाल कोरोना दे ਜਿਹੜੇ प्रिकॉशनस है ਉਹਦੇ ख्याल रख करके सैनिटाइज किद्दां कीता जाएगा बायोमैट्रिक मशीन ਨੂੰ, ਉਹਦੀ ट्रेनिंग चल रही है एंड एक्सपैक्टेड है 21 ਜਾਂ 22 जून ਨੂੰ यूके ਦਾ VFS सेंटर खुलਣ ਦੀ आस है। आई रिपीट माई वर्ड कि आस हैगी है कि 21 ਜਾਂ 22 जून ਨੂੰ ਇਹ VFS सेंटर ਜਿਹੜਾ ਚੰਡੀਗੜ੍ਹ ਔਰ ਜਲੰਧਰ ਹੈ यूके ਦਾ ਉਹਨੂੰ ਖੋਲ ਸਕਦੇ ਆ। ਬਾਕੀ ਡਿਪੈਂਡ ਕਰਦਾ ਹਾਲਾਤ ਦੇ ਉੱਤੇ। ਅਸੀਂ ਪੰਜਾਬ 'ਚ ਬੈਠੇ ਹਾਂ, ਰੋਜ਼ ਕੋਈ ਨਾ ਕੋਈ, ਤੁਸੀਂ ਵੀ ਆਪਣੇ ਮੂੰਹ ਹੁਣੇ ਕਿਹਾ ਕਿ ਅਫਵਾਹ ਉੱਡ ਰਹੀ ਹੈ ਕਿ ਵੀ ਲੋਕਡਾਊਨ ਦੁਬਾਰਾ ਹੋ ਸਕਦਾ ਹੈ। ਜੇ ਲੋਕਡਾਊਨ ਦੁਬਾਰਾ ਹੋ ਗਿਆ ਤੇ ਫਿਰ ਤੇ ਜਿਹੜੀਆਂ ਤਿਆਰੀਆਂ यूके ਦੀ ਇਕੱਲੀ ਆਸ ਜਿਹੜੀ ਕਲੀਅਰ ਕੱਟ ਦਿਸ ਰਹੀ ਹੈ ਸਪਟੈਂਬਰ 2020 ਇਨਟੇਕ ਦੀ, ਉਹ ਵੀ ਖਤਮ ਹੋ ਜਾਏਗੀ। ਮੈਂ ਥੋੜੇ ਸਵਾਲ ਲੈ ਲੈਣਾ ਚਾਹੁੰਦਾ ਕਿ ਸ਼ਾਰਟ ਦੇ ਵਿੱਚ ਆਪਾਂ ਸਾਰਿਆਂ ਦੇ ਜਵਾਬ ਦੇ ਦਈਏ। ਬਿਲਕੁਲ ਠੀਕ। ਰਾਏ ਹਰੀ ਸਾਹਿਬ ਕਹਿ ਰਹੇ ਕਿ ਸਪਟੈਂਬਰ ਇਨਟੇਕ ਵਿੱਚ ਕੈਨੇਡਾ ਮੌਂਟਰੀਅਲ ਦਾ ਵੀਜ਼ਾ ਸੀਗਾ, ਹੁਣ ਕੀ ਕਰੀਏ ਜੀ? ਜੇਕਰ ਸਪਟੈਂਬਰ ਦਾ ਵੀਜ਼ਾ ਲੱਗ ਚੁੱਕਾ ਹੈ ਤੁਹਾਡਾ ਐਂਡ ਅੱਗੇ ਸਪਟੈਂਬਰ ਦਾ LOA ਪਿਆ, ਵੇਟ ਕਰੋ, ਇੰਟਰਨੈਸ਼ਨਲ ਫਲਾਈਟਸ ਖੁੱਲ ਜਾਣਗੀਆਂ ਤੇ ਪਾਲਿਸੀ ਸੇਮ ਹੀ ਰਹੇਗੀ। ਇੰਟਰਨੈਸ਼ਨਲ ਬਾਰਡਰ ਜੇ ਕੈਨੇਡਾ ਨੇ ਖੋਲਤੇ ਤੇ ਪਾਲਿਸੀ ਸਾਰਿਆਂ ਦੀ ਸੇਮ ਰਹੇਗੀ, 14 ਦਿਨ ਦਾ ਕੁਆਰੰਟਾਈਨ ਕਰਨਾ ਪਏਗਾ। ਦੈਟਸ ਆਲ। ਸੁਖਵਿੰਦਰ ਸਿੰਘ ਸਰਾਜ ਸਾਹਿਬ ਪੁੱਛ ਰਹੇ ਆ ਕਿ ਕੈਨੇਡਾ ਤੇ ਆਸਟ੍ਰੇਲੀਆ ਦੇ ਸਾਰੇ ਕਾਲਜ ਬੰਦ ਕਰ ਦਿੱਤੇ ਗਏ। ਕੈਨੇਡਾ ਔਰ ਆਸਟ੍ਰੇਲੀਆ ਦੇ ਕੋਈ ਜਿਹੜੇ ਇੰਸਟੀਟਿਊਟਸ ਹੈਗੇ ਵਰਲਡ ਵਾਈਡ ਹੈ ਬੰਦ ਕਰ ਦਿੱਤੇ ਗਏ ਤੋਂ ਮਤਲਬ ਹੈ ਜਿਹੜਾ ਉਹਨਾਂ ਦਾ ਐਡਮਿਨ ਸਟਾਫ ਹੈਗਾ ਵਾ, ਜਿਹੜਾ ਕਿ ਸਾਰਾ ਕੰਮ ਕਰਦਾ, ਉਹ ਵਰਕ ਫਰੋਮ ਹੋਮ ਕਰ ਰਿਹਾ। ਦੂਸਰਾ ਜਿਹੜਾ ਵਾ ਸਟੂਡੈਂਟਸ ਹੈਗੇ, ਸਟੂਡੈਂਟ ਦੀ ਟੀਚਿੰਗ ਆਪਣਾ ਜਿਹੜੀ ਉਹਨਾਂ ਦੀ ਕੋਚਿੰਗ ਹੈ, ਜਿਹੜਾ ਉਹਨਾਂ ਨੂੰ ਆਪਣਾ ਕੋਰਸ ਪੜ੍ਹਾਇਆ ਜਾਣਾ, ਉਹਨਾਂ ਨੂੰ ਯੂਨੀਵਰਸਿਟੀ ਜਾਂ ਕਾਲਜਾਂ ਦੇ ਵਿੱਚ ਨਹੀਂ ਬੁਲਾਇਆ ਜਾ ਰਿਹਾ, ਉਹਨਾਂ ਨੂੰ ਆਨਲਾਈਨ ਪਲੇਟਫਾਰਮ ਤੇ ਸ਼ਿਫਟ ਕਰਤਾ। ਕਰੋਨਾ ਨੇ ਉਹ ਚੀਜ਼ਾਂ ਕਰਵਾਤੀਆਂ ਕਿ ਜਿਹੜੀਆਂ ਕਈਆਂ ਜਾਂਦੀਆਂ ਸੀਗੀਆਂ ਇੱਕ ਨਾਰਮਲ ਵਰਲਡ ਦੇ ਵਿੱਚ ਇਲੀਗਲ ਹੈ। ਐਗਜ਼ਾਮਪਲ ਹੈ ਇੰਟਰਨੈਸ਼ਨਲ ਸਟੂਡੈਂਟ ਉੱਥੇ ਜਾਂਦਾ, ਸਟੂਡੈਂਟ ਜਾ ਕੇ ਇੱਕੋ ਚੀਜ਼ ਕਹਿੰਦਾ, ਯਾਰ ਮੈਂ ਆਨਲਾਈਨ ਨਹੀਂ ਪੜ੍ਹ ਸਕਦਾ,
ਮੈਨੂੰ ਕਾਲਜ ਜਾਂ ਯੂਨੀਵਰਸਿਟੀ ਆਉਣ ਦੀ ਕਿਉਂ ਲੋੜ ਪੈਂਦੀ ਹੈ? ਮੈਂ ਬੱਸ ਦਾ ਕਿਰਾਇਆ ਦੇਣਾ, ਟਾਈਮ ਵੇਸਟ ਕਰਦਾ, ਇੱਥੇ ਵੀ ਲੈਕਚਰ ਸੁਣਨਾ, ਘਰੇ ਬੈਠ ਕੇ ਲੈਕਚਰ ਸੁਣਨਾ। ਕਰੋਨਾ ਨੇ ਉਹ ਪੋਸੀਬਲ ਕਰਤਾ, ਸਾਰੀਆਂ ਗਵਰਨਮੈਂਟ ਨੇ ਕਹਿਤਾ ਘਰੇ ਬੈਠ ਕੇ ਲੈਕਚਰ ਅਟੈਂਡ ਕਰੋ, ਉਹ ਲੀਗਲ ਮੰਨਿਆ ਜਾਏਗਾ ਤੇ ਉਹ ਤੁਹਾਡੇ ਅੱਗੇ ਵਰਕ ਪਰਮਿਟ ਦੇ ਵਿੱਚ ਇਹ ਸਟੱਡੀਜ਼ ਕਾਊਂਟ ਹੋਏਗੀ। ਸੋ ਕਾਲਜਿਸ ਯੂਨੀਵਰਸਿਟੀਜ਼ ਬੰਦ ਹੈ, ਬਟ ਸਟਾਫ ਵਰਕਿੰਗ ਹੈ। ਜਿਹੜੇ ਸਟੂਡੈਂਟਸ ਹੈਗੇ ਆ ਉਹ ਆਨਲਾਈਨ ਮੋਡਿਊਲਸ ਦੇ ਉੱਤੇ ਸ਼ਿਫਟ ਕਰ ਦਿੱਤੇ ਗਏ ਨੇ। ਜਗਦੀਪ ਦੀਪ ਸਾਹਿਬ ਨੇ ਬਿਨਾ ਆਇਲਸ ਯੂਕੇ ਦਾ ਵੀਜ਼ਾ ਅਪਲਾਈ ਕਰ ਸਕਦੇ ਆ? ਇਸ ਸਾਲ ਅਪ੍ਰੈਲ ਦੇ ਵਿੱਚ ਐਕਸਪਾਇਰ ਹੋ ਗਿਆ ਆਇਲਸ ਮੇਰਾ। ਬਹੁਤ ਵਧੀਆ ਕੁਐਸਚਨ ਹੈ ਜਗਦੀਪ। ਇਹ ਮੈਂ ਸਾਰਿਆਂ ਨੂੰ ਇੱਕ ਐਡਵਾਈਸ ਦਿੰਦਾ, ਜਦੋਂ ਸਟੱਡੀ ਇਨ ਦਾ ਯੂਕੇ ਦੀ ਗੱਲ ਆਉਂਦੀ ਹੈ ਨਾ ਤੇ ਦਿਮਾਗ 'ਚ ਘੰਟੀਆਂ ਵੱਜਦੀਆਂ। ਵਿਦਆਊਟ ਆਇਲਸ ਕੋਈ ਵੀ ਐਡ ਦੇਖਦੇ ਆ, ਸਟੱਡੀ ਇਨ ਯੂਕੇ ਵਿਦ ਔਰ ਵਿਦਆਊਟ ਆਇਲਸ। ਆਇਲਸ ਜੇਕਰ ਐਕਸਪਾਇਰਡ ਹੈ, ਤੁਹਾਡਾ ਅਪ੍ਰੈਲ ਦੇ ਵਿੱਚ ਐਕਸਪਾਇਰ ਹੋ ਗਿਆ ਜਗਦੀਪ, ਤੇ ਕਾਫੀ ਯੂਨੀਵਰਸਿਟੀ ਯੂਕੇ ਦੀਆਂ ਜਿਨ੍ਹਾਂ ਨੇ ਵੈਲਿਡਿਟੀ 2 ਸਾਲ ਦੀ ਬਜਾਏ 3 ਸਾਲ ਦੇ ਉੱਤੇ ਵੀ ਤੁਹਾਡਾ ਆਇਲਸ ਨੂੰ ਆਪਣਾ ਜਿਹੜਾ ਕੰਸੀਡਰ ਕਰ ਸਕਦੇ ਆ। ਸ਼ਰਤ ਔਰ 'ਚ ਇੱਕ ਹੀ ਹੈ, B2 ਲੈਵਲ ਤੁਹਾਡਾ ਹੋਣਾ ਚਾਹੀਦਾ, ਮਤਲਬ 5.5 ਈਚ ਘੱਟੋ ਘੱਟ ਹੋਣੇ ਚਾਹੀਦੇ ਆ, ਫਿਰ ਉਹ ਆਇਲਸ ਤੁਹਾਡਾ ਜਿਹੜਾ ਹੈਗਾ ਵਾ ਮੰਨਿਆ ਜਾਏਗਾ। ਦੂਸਰੀ ਚੀਜ਼, ਜਿਹੜੇ ਸਟੂਡੈਂਟ ਵਿਦਆਊਟ ਆਇਲਸ ਕਰਨਾ ਚਾਹੁੰਦੇ ਨੇ, ਲਾਸਟ ਕੁਆਲੀਫਿਕੇਸ਼ਨ 12ਵੀਂ ਜਾਂ ਗ੍ਰੈਜੂਏਸ਼ਨ 'ਚ ਇੰਗਲਿਸ਼ 60 ਤੋਂ 70% ਨੰਬਰ ਹੈ, ਆਪਣੇ ਕਾਲਜ ਜਾਂ ਸਕੂਲ ਤੋਂ ਇੱਕ ਲੈਟਰ ਆਫ ਰਿਕਮੈਂਡੇਸ਼ਨ ਲਿਖਵਾ ਕੇ ਦੇਣ ਕਿ ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ ਹੈਗਾ ਸੀ, ਤਾਂ ਵਿਦਆਊਟ ਆਇਲਸ ਉਹ ਕੰਸੀਡਰ ਕਰ ਸਕਦੇ ਨੇ ਯੂਨੀਵਰਸਿਟੀਜ਼ ਐਪਲੀਕੇਸ਼ਨ। ਬਟ ਸਟੂਡੈਂਟ ਜਿੰਨੇ ਬਾਹਰ ਜਾਣਾ ਹੈ ਉਹ ਆਪਣੇ ਗਿਰੇਬਾਨ ਝਾਂਕ ਕੇ ਦੇਖ ਲੇ ਕਿ ਵੀ ਉਹਨੂੰ ਇੰਗਲਿਸ਼ ਆਂਦੀ ਹੈ। ਇਹ ਸਿਰਫ ਲੋਕਡਾਊਨ ਕਰਕੇ ਜਾਂ ਇਹ ਹਾਲਾਤ ਜੋ ਚੱਲ ਰਿਹਾ ਇਹਦੇ ਕਰਕੇ ਆਇਲਸ ਨਹੀਂ ਹੋ ਪਾ ਰਹੀ, ਕੀ ਅਪੋਰਚੁਨਿਟੀ ਇਹਨੂੰ ਦੇਖ ਰਿਹਾ ਵਾ ਕਿ ਆਪਣੇ ਇੰਗਲਿਸ਼ ਦੇ ਮਾਰਕਸ ਦੇ ਉੱਤੇ, ਜਾਂ ਉਹਨੂੰ ਇੰਗਲਿਸ਼ ਦੇ ਨਾਮ ਤੋਂ ਬੁਖਾਰ ਚੜਦਾ, ਇਸ ਕਰਕੇ ਇਹ ਰਸਤਾ ਅਪਣਾਇਆ ਜਾ ਰਿਹਾ। ਜੇ ਇੰਗਲਿਸ਼ ਦੇ ਨਾਮ ਤੋਂ ਬੁਖਾਰ ਚੜਦਾ ਤੇ ਬਿਲਕੁਲ ਵੀ ਅਪਲਾਈ ਨਾ ਕਰਨਾ, ਉੱਥੇ ਜਾ ਕੇ ਰੁੱਲ ਜਾਓਗੇ, ਕਿਉਂਕਿ ਪੜ੍ਹਾਈ ਇੰਗਲਿਸ਼ 'ਚ ਹੋਣੀ ਹੈ, ਉੱਥੇ ਪੰਜਾਬੀ ਦੇ ਵਿੱਚ ਨਹੀਂ। ਇੱਕ ਹਰਪ੍ਰੀਤ ਸਿੰਘ ਘੁੰਮਣ ਸਾਹਿਬ ਨੇ, ਉਹ ਕੈਨੇਡਾ ਦੀ ਗੱਲ ਕਰ ਰਹੇ, ਕਹਿੰਦੇ ਇੱਕ ਸਮੈਸਟਰ ਦੀ ਫੀਸ ਭਰਤੀ ਉਹਨਾਂ ਨੇ, ਠੀਕ ਹੈ, 6.5 ਬੈਂਡ ਸੀਗੇ। ਆਨਲਾਈਨ ਕਲਾਸ ਜੇ ਨਾ ਸ਼ੁਰੂ ਕਰਾਂ ਤੇ ਜੇ ਕੱਲ ਨੂੰ ਵੀਜ਼ਾ ਨਾ ਆਇਆ ਤਾਂ ਕੀ ਮੇਰੀ ਫੀਸ ਰਿਫੰਡ ਹੋ ਜੂਗੀ? ਬਹੁਤ ਵਧੀਆ ਡਿਸੀਜਨ ਹੈ, ਬਹੁਤ ਸੋਹਣਾ ਕਰੋਗੇ। ਆਪਣੇ ਮਾਪੇ ਦੀ ਹਾਰਡ ਅਰਨਡ ਕਮਾਈ, ਜਿੱਦਾਂ ਮੱਕੜ ਭਾਜੀ ਨੇ ਵੀ ਕਿਹਾ ਕਿ ਬਹੁਤ ਮਿਹਨਤ ਨਾਲ ਪੈਸੇ ਹੈ, ਸਾਨੂੰ ਵੀ ਪਤਾ ਬਹੁਤ ਮਿਹਨਤ ਨਾਲ ਪੈਸੇ ਕਮਾਏ ਜਾਂਦੇ, ਪੈਸੇ ਭਰ ਵੀ ਦਿੱਤੇ ਆ ਨਾ। ਆਨਲਾਈਨ ਕਲਾਸ ਜੇ ਨਹੀਂ ਸ਼ੁਰੂ ਕਰੋਗੇ, ਕੱਲ ਨੂੰ ਵੀਜ਼ਾ ਨਹੀਂ ਆਂਦਾ ਜਾਂ ਤੁਸੀਂ ਕਹਿੰਦੇ ਹੋ ਹੁਣ ਮੈਂ ਜਾਣਾ ਹੀ ਨਹੀਂ ਹੈ, ਤੁਹਾਡੀ ਸਾਰੀ ਫੀਸ ਵਾਪਿਸ ਆ ਜਾਏਗੀ। ਉਹ ਕਾਲਜ ਦੀ ਰਿਫੰਡ ਪਾਲਿਸੀ ਚੈੱਕ ਕਰ ਲਓ। ਬਟ ਜੇਕਰ ਤੁਸੀਂ ਆਪਣਾ ਆਨਲਾਈਨ ਕੋਰਸ ਸ਼ੁਰੂ ਕਰ ਲਿਆ ਤੇ ਕੋਵਿਡ ਪਾਲਿਸੀ ਉਹਨਾਂ ਦੀ ਚੈੱਕ ਕੀਤੀ ਨਹੀਂ, ਔਰ ਉਹ 'ਚ ਜੇ ਲਿਖਿਆ ਹੋਇਆ ਕਿ ਵੀ ਪੜ੍ਹ ਲਿਆ, ਵੀਜ਼ਾ ਲੱਗਾ ਨਹੀਂ ਲੱਗਾ, ਪੈਸੇ ਨਹੀਂ ਮੁੜਨੇ। ਸੋ ਆਨਲਾਈਨ ਕੋਰਸ ਸ਼ੁਰੂ ਕਰਨ ਤੋਂ ਪਹਿਲੇ ਰੀਫੰਡ ਪਾਲਿਸੀ ਜ਼ਰੂਰ ਪੜ੍ਹ ਲਈ ਮੇਰਾ ਵੀਰ। ਮਨਿੰਦਰ ਸਿੰਘ ਨੇ ਕਹਿ ਰਹੇ USA ਦਾ ਵੋਲੰਟਰੀ ਡਿਪਾਰਚਰ ਤੇ ਮੈਂ ਆਇਆ ਸੀਗਾ ਜੀ, ਹੁਣ ਕੈਨੇਡਾ ਦਾ ਟੂਰਿਸਟ ਵੀਜ਼ਾ ਅਪਲਾਈ ਕਰ ਸਕਦਾ ਇੱਥੋਂ? ਡਿਪੈਂਡ ਤੁਹਾਡੀ ਪ੍ਰੋਫਾਈਲ ਕੀ ਹੈਗੀ ਹੈ। ਜੇਕਰ ਇੱਥੇ ਤੁਸੀਂ ਸੋਹਣਾ ਆਮਦਨੀ ਹੈ, ਸੋਹਣਾ ਕਮਾਈ ਕਰਦੇ ਹੋ, ਚੰਗੀ ਸੇਵਿੰਗਸ ਹੈ, ਕਰ ਸਕਦੇ ਹੋ। ਬਟ 2020 ਭੁੱਲ ਜੋ, 2021 ਦੇ ਵਿੱਚ ਟੂਰਿਸਟ ਬਾਰੇ ਗੱਲ ਕਰਾਂਗੇ। ਇਸ ਵੇਲੇ ਪੂਰੇ ਵਰਲਡ ਦੇ ਵਿੱਚ ਕੋਈ ਹਾਲਾਤ ਨਹੀਂ ਹੈ, ਜੈਨੂਇਨ ਬੰਦਾ ਕੋਈ ਵੀ ਟੂਰਿਸਟ ਵੀਜ਼ਾ ਨਾ ਕਿਸੇ ਨੇ ਅਪਲਾਈ ਕਰਨਾ, ਨਾ ਕਿਸੇ ਨੇ ਆਪਣੇ ਪਰਿਵਾਰ ਨਾਲ ਘੁੰਮਣ ਲਈ ਜਾਣਾ। ਜੁਗਾੜ ਜਿਨ੍ਹਾਂ ਨੇ ਲਾਉਣੇ ਆ ਜਾਂ ਜਾ ਕੇ ਵਾਪਸ ਨਹੀਂ ਆਣਾ, ਉਹੀ ਟੂਰਿਸਟ ਦੀ ਗੱਲ ਕਰਨਗੇ ਇਹ ਕੋਵਿਡ ਦੇ ਟਾਈਮ ਤੇ। ਤਾਂ ਮੇਰੀ ਪਰਸਨਲ ਰਿਕੁਐਸਟ ਹੈ, ਮੈਂ ਇਹ ਨਹੀਂ ਕਹਿ ਰਿਹਾ ਜੈਨੂਇਨ ਹੋ ਜਾਂ ਨਾਨ ਜੈਨੂਇਨ ਹੋ, ਬਟ 2021 ਦੇ ਵਿੱਚ ਅਪਲਾਈ ਕਰਨਾ, 2020 'ਚ ਗੱਲ ਵੀ ਨਾ ਕਰਨਾ ਟੂਰਿਸਟ ਦੀ। ਆਸ਼ੀਸ਼ ਜੀ ਕਹਿ ਰਹੇ UK ਦਾ ਟੂਰਿਸਟ ਵੀਜ਼ਾ ਹੈ, 11 ਮਾਰਚ ਨੂੰ ਆਇਆ ਸੀ ਵੀਜ਼ਾ, ਲਾਕਡਾਊਨ ਤੋਂ ਬਾਅਦ ਜੇ ਖੁੱਲਦਾ ਤਾਂ ਮੈਂ ਜਾ ਸਕਦਾ? ਜਾ ਸਕਦੇ ਹੋ, ਬਟ ਇੱਕ ਸਵਾਲ ਉਹਦਾ ਆਨਸਰ ਜ਼ਰੂਰ ਆਪਣੇ ਦਿਮਾਗ 'ਚ ਲੈ ਕੇ ਜਾਣਾ ਕਿ ਉਹਨਾਂ ਨੇ ਪੁੱਛਣਾ ਕਿ ਭਾਈ ਸਾਹਿਬ ਤੁਸੀਂ ਇੱਥੇ ਘੁੰਮਣ ਲਈ ਆਏ ਹੋ ਤੇ ਆ ਕੇ 14 ਦਿਨ ਕੁਆਰੰਟਾਈਨ ਕਰੋਗੇ, ਇੰਨੀ ਕੀ ਐਮਰਜੈਂਸੀ ਗਈ ਘੁੰਮਣ ਦੀ ਕਿ ਤੁਹਾਨੂੰ ਇਹ ਹਾਲਾਤਾਂ ਦੇ ਵਿੱਚ ਟਰੈਵਲ ਕਰ ਰਹੇ ਹੋ? ਤਾਂ ਉਹਦਾ ਆਨਸਰ ਪਤਾ ਨਹੀਂ ਤੁਸੀਂ ਕਿਉਂ ਪੁੱਛਿਆ ਇਹ ਸਵਾਲ, ਜਾਣਾ ਚਾਹੁੰਦੇ ਹੋ ਕੀ ਐਮਰਜੈਂਸੀ ਹੈ, ਕੀ ਹੈ? ਉਹਦਾ ਆਨਸਰ ਜ਼ਰੂਰ ਵੈਲਿਡ ਐਂਡ ਰੀਜ਼ਨੇਬਲ ਤੁਹਾਡੇ ਕੋਲ ਆਨਸਰ ਹੋਣਾ ਚਾਹੀਦਾ। ਮਯੰਕ ਕਪੂਰ ਸਾਹਿਬ ਨੇ 5.5 ਬੈਂਡਸ ਨੇ ਓਵਰਆਲ, ਪਰਸੈਂਟੇਜ 60% ਤੋਂ ਘੱਟ ਹੈ, ਕਹਿੰਦੇ UK ਦਾ ਅਪਲਾਈ ਕਰ ਸਕਦਾ ਮੈਂ? ਜੇ 5.5 ਈਚ ਹੈ ਵਿਚ CEFR ਲੈਵਲ B2, ਜਿਹਦੇ ਵਿੱਚ IELTS ਦੀ ਜੋ ਰਿਕੁਆਇਰਮੈਂਟ ਹੈ ਬੈਚਲਰ ਡਿਗਰੀ ਕਰਨ ਵਾਸਤੇ, ਕਰ ਸਕਦੇ ਹੋ। ਜੇ ਇੱਕ ਮੋਡਿਊਲ 'ਚ 5 ਬੈਂਡ ਹੈਗੇ ਹੈ ਤੇ ਬਿਲਕੁਲ ਨਹੀਂ ਕਰ ਸਕਦੇ, ਕਿਉਂਕਿ ਤੁਹਾਡੀ ਪਰਸੈਂਟੇਜ 12ਵੀਂ ਤੁਸੀਂ ਦੱਸਿਆ 60 ਤੋਂ ਘੱਟ ਹੈਗੀ ਹੈ। ਸੋ IELTS ਦੁਬਾਰਾ ਕਰੋ, ਵੇਟ ਕਰੋ, ਜਦੋਂ IELTS ਦੇ ਟੈਸਟ ਸ਼ੁਰੂ ਹੋ ਜਾਣਗੇ ਉਦੋਂ ਕਰ ਸਕਦੇ ਹੋ। ਡਿਲਿੰਗੋ ਵੀ ਤੁਸੀਂ ਟੈਸਟ ਦੇ ਸਕਦੇ ਹੋ, ਬਟ ਡਿਲਿੰਗੋ ਦੇ ਉੱਤੇ ਸਿਰਫ B2 ਲੈਵਲ ਵੇਵਰ ਹੋਏਗਾ। ਅੰਬੈਸੀ ਦੇ ਵਿੱਚ 10th 12th ਤੇ ਡਿਲਿੰਗੋ ਜਿਹਦੇ ਬੇਸਿਸ ਤੇ B2 ਲੈਵਲ ਵੇਵ ਹੋਇਆ ਉਹ ਡਾਕੂਮੈਂਟਸ ਲੱਗਣਗੇ। ਨਰਿੰਦਰ ਬਾਵਾ ਜੀ, ਉਹੀ ਪੁਰਾਣੀ ਗੱਲ ਜਿਹੜੀ ਤੁਸੀਂ ਪਹਿਲਾਂ ਵੈਸੇ ਇੱਥੇ ਐਕਸਪਲੇਨ ਕਰ ਚੁੱਕੇ ਹੋ, ਕਹਿ ਰਹੇ ਪੈਸੇ ਕੈਨੇਡਾ ਜਾ ਕੇ ਪੜ੍ਹਾਈ ਕਰਨ ਦੇ ਦਿੱਤੇ ਸੀ ਅਸੀਂ, ਜੇ ਆਨਲਾਈਨ ਨਹੀਂ ਕਰਨੀ ਫਿਰ ਇੰਨੇ ਪੈਸੇ ਅਸੀਂ ਕਿਉਂ ਭਰੇ? ਬਿਲਕੁਲ, ਬਹੁਤ ਸਿਆਣੀ ਗੱਲ ਹੈਗੀ ਹੈ ਕਿ ਵੀ ਆਨਲਾਈਨ ਜਿਹੜੀਆਂ ਕਲਾਸਾਂ, ਪਲੀਜ਼ ਇੱਕ ਚੀਜ਼ ਨੂੰ ਨਾ ਆਪਾਂ ਨਾਰਮਲ ਆਪਣੀ ਲਾਈਫ ਦੇ ਵਿੱਚ ਲੈ ਲੈਂਦੇ ਹਾਂ।
ਕਰੋਨਾ ਕਰਕੇ ਕਿਹੜੇ ਬਿਜ਼ਨੈਸਿਸ ਇਫੈਕਟ ਨਹੀਂ ਹੋਏ, ਚਾਹੇ ਉਹ ਮੀਡੀਆ ਇੰਡਸਟਰੀ ਹੈ, ਚਾਹੇ ਉਹ ਟਰੈਵਲ ਇੰਡਸਟਰੀ ਹੈ, ਚਾਹੇ ਕੋਈ ਵੀ ਇੰਡਸਟਰੀ ਹੈ, ਸਾਰੀਆਂ ਚਾਹੇ ਹਸਪੀਟਲ ਇੰਡਸਟਰੀ ਹੀ ਕਿਉਂ ਨਹੀਂ ਹੈ, ਹਰ ਇੱਕ ਇੰਡਸਟਰੀ ਇਫੈਕਟਡ ਹੋਈ ਹੈ ਕਰੋਨਾ ਕਰਕੇ। ਅੱਜ ਜਦੋਂ ਨਾਰਮਲ ਅਸੀਂ ਵਰਲਡ ਦੇ ਵਿੱਚ ਥੋੜ੍ਹਾ ਬਹੁਤਾ ਚੱਲਣਾ ਸ਼ੁਰੂ ਕੀਤਾ, ਅਸੀਂ ਅੱਜ ਵੀ ਦੇਖਦੇ ਹਾਂ ਲਾਈਫ ਸਲੋ ਹੋ ਚੁੱਕੀ ਹੈ। ਯੂਨੀਵਰਸਿਟੀਜ਼ ਜਿੱਥੇ ਕਿ ਬਿਲੀਅਨ ਡਾਲਰ ਦੀ ਕਮਾਈ ਜਾਂ ਬਿਲੀਅਨ ਡਾਲਰ ਦਾ ਪੈਸਾ ਆਦਾਨ ਪ੍ਰਦਾਨ ਹੁੰਦਾ ਸੀ, ਐਕਸਚੇਂਜ ਹੁੰਦਾ ਸੀ ਕੰਟਰੀ ਤੋਂ ਦੂਜੀ ਕੰਟਰੀ, ਉਹ ਪਿਛਲੇ 3 ਮਹੀਨੇ ਤੋਂ 4 ਮਹੀਨੇ ਤੋਂ ਰੁਕ ਗਿਆ। ਹੁਣ ਇਹ ਵੀ ਨਹੀਂ ਪਤਾ ਕਿੰਨੀ ਦੇਰ ਰੁਕਿਆ ਰਹੇਗਾ। ਪਲੱਸ ਉੱਥੋਂ ਦੀ ਗਵਰਨਮੈਂਟ ਵੱਲੋਂ ਉਹਨਾਂ ਦੇ ਜਿਹੜੇ ਐਕਸਪੈਂਸਿਸ ਆ ਉਹ ਨਹੀਂ ਰੁਕੇ, ਕਿਉਂਕਿ ਉਹ ਇੰਡੀਆ ਵੱਕਣ ਨਹੀਂ ਹੈ, ਸਟਾਫ ਨੂੰ ਮੇਲ ਕਰਦੀ ਯਾਰ ਕੋਈ ਗੱਲ ਨਹੀਂ ਆਪਾਂ 4 ਮਹੀਨੇ ਬਾਅਦ ਹਿਸਾਬ ਕਰ ਲਾਂਗੇ, ਰੈਂਟ ਵਾਲੇ ਨੂੰ ਕਹਿਤਾ ਕੋਈ ਗੱਲ ਨਹੀਂ ਅਸੀਂ 6 ਮਹੀਨੇ ਬਾਅਦ ਦੇਖ ਲਾਂਗੇ, ਅੱਜ ਕਾਰੋਬਾਰ ਨਹੀਂਗਾ। ਉੱਥੇ ਲਾਅ ਬਹੁਤ ਸਟ੍ਰਿਕਟ ਹੈ, ਹਿਊਮਨ ਦੇ ਰਾਈਟਸ ਹੈਗੇ ਆ, ਉਹਦੇ ਅਕੋਰਡਿੰਗ ਹੀ ਚੱਲਦੇ ਆ। ਸੋ ਦਾ ਪੁਆਇੰਟ ਇਜ਼ ਖਰਚੇ ਨਹੀਂ ਰੁਕੇ ਬਟ ਰੈਵਨਿਊ ਰੁਕ ਗਿਆ। ਸੋ ਇਸ ਵੇਲੇ ਜਿਹੜਾ ਆਨਲਾਈਨ ਪਲੇਟਫਾਰਮ ਹੈ ਨਾ, ਇਹ ਪ੍ਰੈਕਟੀਕਲੀ ਹੈ ਕਿ ਵੀ ਫੀਸਾਂ ਆ ਜਾਣ, ਬੱਚੇ ਆਨਲਾਈਨ ਚਾਲੂ ਕਰਨ ਐਂਡ ਵੱਖਰੇ ਵੱਖਰੇ ਤਰੀਕੇ ਦੇ ਨਾਲ ਸਟੂਡੈਂਟ ਨੂੰ ਦੱਸਿਆ ਜਾਂਦਾ ਹੈ ਕਿ ਜੇ ਤੂੰ ਅੱਜ ਆਨਲਾਈਨ ਸ਼ੁਰੂ ਕਰ ਲੇਗਾ ਨਾ ਤੇਰੇ ਵੀਜ਼ੇ ਦੇ ਚਾਂਸਸ ਬਹੁਤ ਵੱਧ ਜਾਣੇ ਆ। ਐਮਬੈਸੀ ਨੇ ਕਹਿਣਾ ਦੇਖੋ ਵਾਕਈ ਪੜਨ ਵਾਲਾ ਬੱਚਾ ਸੀ, ਜਿਹੜਾ ਪੜਨ ਵਾਲਾ ਬੱਚਾ ਨਹੀਂ ਉਹ ਆਨਲਾਈਨ ਕਿਉਂ ਸ਼ੁਰੂ ਕਰੇਗਾ, ਉਹ ਭਲੇ ਮਾਨਸੋ ਯਾਰ ਛੱਡੋ। ਮੈਂ ਕਹਿੰਦਾ ਮੈਂ ਅਪਲਾਈ ਨਹੀਂ ਕਰਦਾ, ਮੈਂ ਅਪਲਾਈ ਉਦੋਂ ਕਰੂੰਗਾ ਜਦੋਂ VFS ਖੁੱਲ ਜਾਏਗਾ। ਤੇ ਇਹ ਕਿੱਥੋਂ ਪਤਾ ਲੱਗੇਗਾ ਕਿ ਵੀ ਮੈਂ ਆਨਲਾਈਨ ਕੀਤਾ, ਆਪਸ਼ਨ ਦਿੱਤੀ ਜਾਂ ਨਹੀਂ ਦਿੱਤੀ। ਮੈਂ ਨਹੀਂ ਆਨਲਾਈਨ ਕਰਨਾ, ਮੈਂ ਟੈਕ ਪ੍ਰੋ ਨਹੀਂ ਹੈਗਾ। ਹੁਣ ਦੱਸੋ ਕਿੱਧਰ ਵਾਲੇ ਬੰਨੇ ਜਾਣਾ। ਆਕਾਸ਼ ਸੋਬਤੀ ਸਾਹਿਬ ਨੇ ਆਖਰੀ ਕੁਛ ਇੱਕ ਸਵਾਲ ਅਸੀਂ ਲੈ ਲੈਂਦੇ ਹਾਂ। ਰੀਸੈਂਟਲੀ ਪੇਡ 100% ਫੀਸ ਆਫ UEL UK, ਹੁਣ ਫਰਦਰ ਸਿਨੈਰੀਓ ਕੀ ਹੈ? ਲੰਡਨ। ਸੋ 100% ਤੁਸੀਂ ਪੂਰੇ ਸਾਲ ਦੀ ਫੀਸ ਯੂਨੀਵਰਸਿਟੀ ਆਫ ਈਸਟ ਲੰਡਨ ਚ ਦਿੱਤੀ ਹੈ। ਤੁਹਾਡਾ ਜੇਕਰ ਉੱਥੋਂ ਕੈਸ਼ ਆ ਚੁੱਕਾ ਹੋਇਆ ਵਾ ਸੈਪਟੈਂਬਰ ਇਨਟੇਕ ਦਾ, 90 ਦਿਨ ਪਹਿਲੇ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ। ਅਕਤੂਬਰ ਤੱਕ ਦੀ UEL ਦੇ ਵਿੱਚ ਐਕਸਟੈਂਸ਼ਨ ਹੈ, ਵਿਚ ਮੀਨਸ ਅਜੇ ਤੁਹਾਨੂੰ ਕੋਈ ਵੀ ਕਹਿ ਲਓ ਕਿ ਵੀ ਕਾਲ ਕਰਨ ਦੀ ਲੋੜ ਨਹੀਂ। ਆਰਾਮ ਨਾਲ ਬੈਠੋ, ਆਪਣੇ ਫੰਡ 28 ਦਿਨ ਪੁਰਾਣੇ ਕਰੋ। ਜੇ 22 ਜੂਨ ਨੂੰ VFS ਖੁੱਲ ਜਾਂਦੀ ਹੈ, ਅਪਾਇੰਟਮੈਂਟ ਲੈ ਕੇ ਫਿੰਗਰਪ੍ਰਿੰਟ ਦੇ ਕੇ ਆਪਣੀ ਐਪਲੀਕੇਸ਼ਨ ਸਬਮਿਟ ਕਰੋ ਐਂਡ ਟਰੈਵਲ। ਪ੍ਰਮਾਤਮਾ ਅੱਗੇ ਅਰਦਾਸ ਕਰੋ ਇੰਡੀਆ ਦੇ ਹਾਲਾਤ ਠੀਕ ਰਹਿਣ, ਇੱਥੇ ਸਭ ਕੁਝ ਠੀਕ ਠਾਕ ਰਵੇ, ਜਿਹੜੇ ਮੁਲਕ ਜਾਣਾ ਉੱਥੇ ਸਭ ਕੁਝ ਠੀਕ ਠਾਕ ਰਵੇ। ਆ ਕਰੋਨਾ ਦਾ ਜਿਹੜਾ ਪ੍ਰਕੋਪ ਵਧਿਆ, ਵੈਕਸੀਨ ਬਣ ਜੇ ਤੇ ਇਹ ਸਾਰੀਆਂ ਚੀਜ਼ਾਂ ਸ਼ਾਂਤ ਹੋਣ ਤੇ ਨਾਰਮਲ ਲਾਈਫ ਵਾਲੇ ਬੰਨੇ ਅੱਗੇ ਵਧੀਏ। ਬਿਲਕੁਲ ਆਖਰੀ ਇੱਕ ਦੋ ਸਵਾਲ ਨੇ। ਜੈਜ਼ ਮਲ ਸਾਹਿਬ ਕਹਿ ਰਹੇ UK ਦਾ ਸੈਪਟੈਂਬਰ ਇਨਟੇਕ ਵੀਜ਼ਾ ਲੱਗ ਜੂਗਾ, ਇਹਨਾਂ ਕੋਲੇ ਆਫਰ ਲੈਟਰ ਹੈਗੀ ਹੈ। ਸੋ ਜੇਕਰ ਆਫਰ ਲੈਟਰ ਹੈ, ਯੂਨੀਵਰਸਿਟੀ ਐਕਸੈਪਟ ਕਰ ਚੁੱਕੀ ਹੈ। ਇਹਦਾ ਆਨਸਰ ਵੀ ਪਹਿਲੇ ਵਾਲਾ ਹੀ ਹੈ। 22 ਜੂਨ ਨੂੰ ਜੇਕਰ VFS ਖੁੱਲ ਜਾਂਦੀ ਹੈ, ਫਿੰਗਰਪ੍ਰਿੰਟ UK ਲੈਣਾ ਸ਼ੁਰੂ ਹੋ ਜਾਂਦਾ ਹੈ ਐਂਡ ਇੰਡੀਆ ਡੇਟ ਕਲੀਅਰ ਹੋ ਜਾਂਦੀ ਹੈ ਕਿ ਇੰਟਰਨੈਸ਼ਨਲ ਟਰੈਵਲਰ ਕਦੋਂ ਟਰੈਵਲ ਕਰ ਸਕਦਾ ਹੈ। ਤੇ ਬਿਲਕੁਲ ਤੁਸੀਂ ਸੈਪਟੈਂਬਰ ਇਨਟੇਕ ਲਈ ਅਪਲਾਈ ਕਰਨ ਦਾ ਅੱਜ ਉਮੀਦ ਰੱਖ ਸਕਦੇ ਹੋ। ਇਹ ਬਹੁਤ ਇੰਪੋਰਟੈਂਟ ਹੈ, ਉਮੀਦ ਹੈ। ਹਾਲੇ ਜੋਤ ਅਠਵਾਲ ਸਾਹਿਬ ਨੇ ਉਹ ਕਹਿ ਰਹੇ ਆ, ਬੜੀ ਵਧੀਆ ਗੱਲ ਇਹਨਾਂ ਨੇ ਕੀਤੀ ਹੈ ਭੱਟੀ ਸਾਹਿਬ। ਉਹ ਕਹਿ ਰਹੇ ਅਸੀਂ ਇੱਥੇ ਆਸਟ੍ਰੇਲੀਆ ਹੀ ਰਹਿੰਦੇ ਆ, ਨਵੇਂ ਆਉਣ ਵਾਲੇ ਸਟੂਡੈਂਟ ਵੀਰਾਂ ਨੂੰ ਕਹਾਂਗੇ ਕਿ ਹੁਣ ਪਿੱਛੇ ਖਰਚੇ ਦਾ ਬੈਕਅਪ ਜ਼ਿਆਦਾ ਲੈ ਕੇ ਆਇਓ, ਕੰਮ ਮਿਲਣੇ ਬਹੁਤ ਔਖੇ ਹੋ ਗਏ ਹੁਣ ਪਹਿਲਾਂ ਨਾਲੋਂ। ਸਕਾਟ ਮੋਰਿਸਨ ਪ੍ਰਾਈਮ ਮਿਨਿਸਟਰ ਹੈ ਆਸਟ੍ਰੇਲੀਆ ਦੇ, ਉਹਨਾਂ ਵੱਲੋਂ ਨਾ ਇੱਕ ਸਟੇਟਮੈਂਟ ਦਿੱਤੀ ਗਈ। ਉਹ ਕਹਿੰਦੇ ਜੀ ਇੰਟਰਨੈਸ਼ਨਲ ਸਟੂਡੈਂਟ, ਮਤਲਬ ਇੱਕ ਪ੍ਰੈਸ ਕਾਨਫਰੰਸ ਇੱਕ ਪੱਤਰਕਾਰ ਨੇ ਪੁੱਛਿਆ ਕਿ ਇੰਟਰਨੈਸ਼ਨਲ ਸਟੂਡੈਂਟਸ ਕਹਿ ਰਹੇ ਆ ਸਾਡੇ ਕੋਲ ਰੈਂਟ ਹੈ ਨਹੀਂ, ਸਾਡੇ ਕੋਲ ਫੀਸਾਂ ਭਰਨ ਨੂੰ ਹੈ ਨਹੀਂ, ਕਰੋਨਾ ਕਰਕੇ ਨੌਕਰੀਆਂ ਚਲ ਗਈਆਂ, ਕੀ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਨੂੰ ਵੀ ਸਪੋਰਟ ਕਰੋਗੇ? ਅੱਗੋਂ ਬੜਾ ਬਿਊਟੀਫੁਲ ਆਨਸਰ ਦਿੱਤਾ ਉਹਨਾਂ ਨੇ। ਉਹ ਕਹਿੰਦੇ ਮੈਨੂੰ ਇੱਕ ਗੱਲ ਦੱਸੋ ਕਿ ਜਦੋਂ ਇਹ ਇੰਟਰਨੈਸ਼ਨਲ, ਪਹਿਲੇ ਤੇ ਉਹਨਾਂ ਨੇ ਗੁੱਸੇ 'ਚ ਜਾਂ ਵੈਸੇ ਨਾਰਮਲ ਰਿਐਕਟ ਕੀਤਾ ਕਿ ਹੂ ਇੰਟਰਨੈਸ਼ਨਲ ਸਟੂਡੈਂਟ, ਫਿਰ ਦੁਬਾਰਾ ਪੁੱਛਿਆ ਗਿਆ ਕਿ ਵੀ ਇੰਟਰਨੈਸ਼ਨਲ ਸਟੂਡੈਂਟ ਉਹ ਜਿਹੜੇ ਇੱਥੇ ਆ ਕੇ ਲੱਖਾਂ ਰੁਪਏ ਦੀਆਂ ਫੀਸਾਂ ਭਰਦੇ ਨੇ, ਮਿਲੀਅਨ ਆਫ ਡਾਲਰ ਦਾ ਰੈਵਨਿਊ ਇਸ ਇਕੋਨਮੀ ਦੇ ਵਿੱਚ ਆਉਂਦਾ। ਦੈਨ ਇੱਕ ਬੜਾ ਬਿਊਟੀਫੁਲ ਆਨਸਰ ਉਹਨਾਂ ਵੱਲੋਂ ਦਿੱਤਾ ਗਿਆ, ਉਹਨਾਂ ਦੇ ਆਫਿਸ ਵੱਲੋਂ ਪ੍ਰੈਸ ਰਿਲੀਜ਼ ਦੇ ਵਿੱਚ, ਕਿ ਇੰਟਰਨੈਸ਼ਨਲ ਸਟੂਡੈਂਟ ਜਦੋਂ ਵੀਜ਼ਾ, ਧਿਆਨ ਨਾਲ ਸੁਣਨਾ ਹੈ ਆਨਸਰ, ਇੰਟਰਨੈਸ਼ਨਲ ਸਟੂਡੈਂਟ ਜਦੋਂ ਆਪਣਾ ਐਂਡ ਇਹ UK ਵਾਲੇ ਸਟੂਡੈਂਟਸ ਤੇ ਵੀ ਅਪਲਾਈ ਕਰਦਾ, ਇੰਟਰਨੈਸ਼ਨਲ ਸਟੂਡੈਂਟ ਜਦੋਂ ਆਪਣਾ ਵੀਜ਼ਾ ਅਪਲਾਈ ਕਰਦਾ, ਉਹ ਆਪਣੇ ਖਾਤੇ ਦੇ ਵਿੱਚ ਇਹ ਦਿਖਾਉਂਦਾ ਹੈ ਕਿ ਮੇਰੇ ਕੋਲ 1 ਸਾਲ ਦੇ ਲਿਵਿੰਗ ਐਕਸਪੈਂਸਿਸ ਹੈਗੇ ਹੈ, ਮੇਰੇ ਕੋਲ 1 ਸਾਲ ਦੀ ਫੀਸ ਭਰਨ ਨੂੰ ਹੈਗੀ ਹੈ। ਇਸੇ ਕਰਕੇ ਜਿਹੜਾ ਵਾ ਆਸਟ੍ਰੇਲੀਆ 'ਚ ਕਹਿੰਦੇ GTE ਪਾਸ ਹੋਈ ਕਿ ਇਹ ਬੱਚਾ ਜੈਨੂਇਨ ਟੈਂਪਰੇਰੀ ਐਂਟਰੈਂਟ ਹੈ। UK ਦੇ ਵਿੱਚ ਕਹਿੰਦੇ ਆ ਪੁਆਇੰਟ ਬੇਸ ਸਿਸਟਮ 'ਚ ਇਹਨੂੰ ਫੰਡ ਦੇ ਅੰਦਰ 10 ਪੁਆਇੰਟ ਮਿਲ ਚੁੱਕੇ ਨੇ। ਤੇ ਅੱਜ ਉਹ ਸਟੂਡੈਂਟ ਜਿਹਨੂੰ ਗਏ 4 ਮਹੀਨੇ ਜਾਂ 6 ਮਹੀਨੇ, ਉਹ ਕਿੱਦਾਂ ਕਹਿ ਸਕਦਾ ਕਿ ਰੈਂਟ ਦੇਣ ਦੇ ਪੈਸੇ ਨਹੀਂ ਗਏ? ਸੋ ਦੈਟ ਮੀਨਸ ਜਿਹੜੀ ਬੈਂਕ ਸਟੇਟਮੈਂਟ ਤੁਸੀਂ ਆਪਣੇ ਖਾਤੇ 'ਚ ਪੈਸੇ ਵਹਾ ਕੇ ਗਏ ਸੀ ਉਹ ਫਰਾਡੂਲੈਂਟ ਸੀਗੀ। ਐਂਡ ਉਹ ਕਹਿੰਦੇ ਕਿ ਜਿਹੜੇ ਸਟੂਡੈਂਟ ਕਹਿ ਰਹੇ ਸਾਡੇ ਕੋਲ ਪੈਸੇ ਨਹੀਂ, ਆਪਣੀ ਕੰਟਰੀਜ਼ ਦੇ ਵਿੱਚ ਵਾਪਸ ਚੱਲ ਜਾਓ। ਸੋ ਅਸੀਂ ਕਾਫੀ ਸ਼ੋਜ਼ ਦੇ ਵਿੱਚ ਇਹ ਕਹਿੰਦੇ ਆ ਕਿ ਜਿਹੜੇ ਪੈਸੇ ਕੈਨੇਡਾ ਤੋਂ, ਮੱਕੜ ਭਾਜੀ ਇੱਕ ਟੈਕਨੀਕਲ ਚੀਜ਼ ਹੈ, ਮਤਲਬ ਆਪਸ 'ਚ ਸਾਡੀ ਡਿਸਕਸ਼ਨ ਹੈ ਸਾਰਿਆਂ ਵਾਸਤੇ, ਸੋਚਣਾ ਜ਼ਰਾ। ਕੈਨੇਡਾ ਤੋਂ ਇੱਕ ਵੀ ਖਬਰ ਨਹੀਂ ਆਈ ਕਿ ਸਟੂਡੈਂਟ ਕਹਿ ਰਿਹਾ ਮੇਰੇ ਕੋਲ ਰੈਂਟ ਦੇਣ ਦੇ ਪੈਸੇ ਨਹੀਂ। ਜਿਹੜੀਆਂ ਖਬਰਾਂ ਆਈਆਂ ਉਹ ਆਈਆਂ ਆਸਟ੍ਰੇਲੀਆ ਜਾਂ UK ਤੋਂ। ਤੁਸੀਂ ਸੋਚੋ ਇਹਦਾ ਰੀਜ਼ਨ ਕੀ ਹੋ ਸਕਦਾ?
ਜਦੋਂ ਬੱਚਾ ਇੱਥੋਂ ਕੈਨੇਡਾ ਜਾ ਰਿਹਾ ਹੈ ਉਹ $10,000 ਆਪਣਾ GIC ਭਰ ਕੇ ਜਾ ਰਿਹਾ ਹੈ। ਉਹ ਕਹਿੰਦੇ ਸਾਨੂੰ ਨਹੀਂ ਖਾਤਿਆਂ ਖੁੱਤਿਆਂ ਦੇ ਉੱਤੇ ਹੈਗਾ, ਤੁਸੀਂ $10,000 GIC ਦੇ ਭਰ ਦਿਓ, ਤੁਹਾਨੂੰ ਮਹੀਨੇ ਦੇ ਮਹੀਨੇ $500-600 ਮਿਲਦਾ ਰਹੇ। ਬਿਲਕੁਲ। ਆਸਟ੍ਰੇਲੀਆ ਵਾਲੇ ਕਹਿੰਦੇ ਆ ਕਿ ਤੁਸੀਂ ਸਾਨੂੰ ਪੈਸੇ ਨਾ ਭਰੋ, ਆਪਣੇ ਖਾਤੇ 'ਚ ਵਹਾ ਦਿਓ 1 ਸਾਲ ਦੇ ਲਿਵਿੰਗ ਐਕਸਪੈਂਸਿਸ ਤੇ 1 ਸਾਲ ਦੀ ਫੀਸ ਹੈਗੀ ਆ ਤੁਹਾਡੇ ਕੋਲ। ਬਿਲਕੁਲ। ਇੱਥੇ ਸਟੂਡੈਂਟ ਵਹਾਂਦਾ ਤਦੇ ਵੀਜ਼ਾ ਲੱਗਦਾ। UK ਵਾਲੇ ਕਹਿੰਦੇ ਸਾਨੂੰ ਨਹੀਂ ਪੈਸੇ ਚਾਹੀਦੇ, ਫੀਸ ਦੇ ਦਿਓ ਤੇ ਆਪਣੇ ਲਿਵਿੰਗ ਐਕਸਪੈਂਸਿਸ ਖਾਤੇ 'ਚ ਵਹਾ ਦਿਓ। ਖਾਤੇ 'ਚ ਵਹਾ ਤੇ ਦੈਟ ਮੀਨਸ ਉਹ ਖਾਤੇ 'ਚ ਵਹਾ ਕੇ ਐਮਬੈਸੀ ਨੂੰ ਬੇਵਕੂਫ ਬਣਾ ਕੇ ਅਸੀਂ ਵੀਜ਼ਾ ਲਿੱਤਾ, ਸਾਡੇ ਕੋਲ ਆਪਣੇ ਪੈਸੇ ਨਹੀਂ ਸੀਗੇ। ਇਸੇ ਕਰਕੇ ਜਿਹੜਾ ਵਾ ਸਟੂਡੈਂਟ ਉੱਥੇ ਜਾ ਕੇ ਭੁੱਲ ਜਾਂਦਾ ਹੈ ਕਿ ਵੀ ਮੈਂ ਉੱਥੇ ਵਹਾ ਕੇ ਆਇਆ ਸੀ, ਮੇਰੇ ਕੋਲ ਇਹ ਬੋਲਣ ਦਾ ਹੱਕ ਨਹੀਂ ਹੈ। ਉੱਥੇ ਵੀ ਇਹ ਕਿਹਾ ਗਿਆ ਸੀ ਕਿ ਜੇ ਕਰਜ਼ਾ ਚੱਕ ਕੇ ਬਾਹਰ ਜਾਣਾ ਤੇ ਬਿਲਕੁਲ ਨਾ ਜਾਓ, ਜੇ ਆਪਣੇ ਪੈਸੇ ਹੈ ਤੇ ਚਲ ਜਾਓ। ਸਾਲ ਫੀਸ ਵਹਾਣ, ਸਾਲ ਦੀ ਫੀਸ ਐਂਡ ਸਾਲ ਦੇ ਲਿਵਿੰਗ ਐਕਸਪੈਂਸਿਸ ਵਹਾਣ ਦਾ ਯੂਨੀਵਰਸਿਟੀਜ਼ ਦਾ, ਐਮਬੈਸੀਜ਼ ਦਾ, ਆਪਣਾ ਗਵਰਨਮੈਂਟ ਦਾ ਮੋਟਿਵ ਹੀ ਇੱਕ ਹੈ ਕਿ 1 ਸਾਲ ਤੁਸੀਂ ਰੁਲੋ ਨਾ, ਉਹ ਮੁਲਕ ਦੇ ਵਿੱਚ ਜਾ ਕੇ ਸੈਟਲ ਹੋਣ ਲਈ, ਆਪਣੇ ਪੈਰਾਂ ਤੇ ਹੋਣ ਲਈ, ਸਹੀ ਰਾਹ ਲੱਭਣ ਲਈ 6 ਮਹੀਨੇ ਤੋਂ 8 ਮਹੀਨੇ ਲੱਗ ਜਾਂਦੇ ਆ। ਤੇ ਜੇਕਰ ਪੈਸੇ ਮੇਰੇ ਆਪਣੇ ਖਾਤੇ 'ਚ ਪਏ ਆ, ਮੈਂ ਫਾਈਨੈਂਸਰਾਂ ਦੇ ਟੇਟੇ ਨਹੀਂ ਚੜਿਆ ਹੋਇਆ ਜਾਂ ਮੈਂ ਕਿਸੇ ਦੀ ਹੈਲਪ ਨਹੀਂ ਲਿੱਤੀ, ਆਪਣੇ ਪੈਸੇ ਵਹਾਇਆ, ਜੋ ਲਾਅ ਕਹਿੰਦਾ ਸੀ ਉਹਦੇ ਹਿਸਾਬ ਦੇ ਨਾਲ ਡਾਕੂਮੈਂਟੇਸ਼ਨ ਤਿਆਰ ਕਰਕੇ ਸਹੀ ਤਰੀਕੇ ਵੀਜ਼ਾ ਲਿੱਤਾ, ਉਹ ਬੱਚਾ ਕਦੀ ਵੀ ਨਹੀਂ ਰੁਲੇਗਾ। ਬਿਲਕੁਲ, ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ। ਇਸ ਤੋਂ ਇਲਾਵਾ ਬਹੁਤ ਇੰਪੋਰਟੈਂਟ ਸੀ ਕਿ ਤੁਸੀਂ UK ਦੀ ਜਿਹੜੀ ਗੱਲ ਕੀਤੀ ਸੀ, ਇਹ ਟੈਂਟੇਟਿਵ ਹੈ, ਹਾਲੇ ਇਹ ਕਿਤੇ ਨਹੀਂ ਕਿਹਾ ਗਿਆ, ਔਰ ਫਲਾਈਟਸ ਜਿਹੜੀਆਂ ਉਹ ਸ਼ੁਰੂ ਨਹੀਂ ਹੋਈਆਂ ਇੰਟਰਨੈਸ਼ਨਲ, ਇਹ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ। 4 ਕੰਟਰੀਜ਼ ਹੈ, ਧਿਆਨ ਨਾਲ ਲਾਸਟ ਦੇ ਉੱਤੇ ਕਲੋਜ਼ਿੰਗ ਸਟੇਟਮੈਂਟ ਦੇ ਦੇਣਾ। 4 ਚੀਜ਼ਾਂ, 4 ਕੰਟਰੀਜ਼ ਹੈ, ਆਸਟ੍ਰੇਲੀਆ, ਨਿਊਜ਼ੀਲੈਂਡ, UK ਐਂਡ ਕੈਨੇਡਾ। ਇਹ 4 ਕੰਟਰੀਜ਼ ਦੇ ਵਿੱਚ ਮੈਜੋਰਿਟੀ ਸਟੂਡੈਂਟ ਇੱਥੋਂ ਪੜ੍ਹਨ ਲਈ ਜਾਂਦਾ ਇੰਡੀਆ ਤੋਂ। ਆਸਟ੍ਰੇਲੀਆ, ਨਿਊਜ਼ੀਲੈਂਡ 2020 ਬਿਲਕੁਲ ਕਾਂਟਾ ਮਾਰ ਦੋ, ਸੋਚੋ ਵੀ ਨਾ। 2021 ਦਾ ਜਨਵਰੀ ਇਨਟੇਕ ਮਿਲੇਗਾ, ਉਹਦੇ ਲਈ 3 ਮਹੀਨੇ ਪਹਿਲੇ ਟਰੈਵਲ ਤੁਸੀਂ ਲੀਗਲੀ ਕਰ ਸਕਦੇ ਹੋ, ਵਿਚ ਮੀਨਸ ਅਕਤੂਬਰ, ਨਵੰਬਰ, ਦਸੰਬਰ 'ਚ ਟਰੈਵਲ ਕਰ ਸਕਦੇ ਹੋ ਜੇ ਇੱਥੋਂ ਫਲਾਈਟਾਂ ਚੱਲਣੀਆਂ ਸ਼ੁਰੂ ਹੋਈਆਂ। ਬਟ ਉੱਥੇ ਕਲਾਸਾਂ ਸ਼ੁਰੂ ਕਰ ਸਕਦੇ ਹੋ ਜਨਵਰੀ 2021। ਉਮੀਦ 2 ਕੰਟਰੀਜ਼ ਦੀ ਹੈ, ਕੈਨੇਡਾ ਐਂਡ UK, ਹੋਰ ਕਿਸੇ ਕੰਟਰੀ ਦੀ ਨਹੀਂ ਹੈ 2020 'ਚ। UK ਇਸ ਕਰਕੇ ਕਿਉਂਕਿ ਇੱਕ ਬੰਨੇ ਕਰੋਨਾ, ਦੂਜੇ ਬੰਨੇ ਬ੍ਰੈਕਸਿਟ, ਤੇ ਇੰਟਰਨੈਸ਼ਨਲ ਟੂਰਿਜ਼ਮ ਵੀ ਜ਼ੀਰੋ, ਬਿਜ਼ਨਸ ਇਨਵੈਸਟਮੈਂਟ ਵੀ ਜ਼ੀਰੋ, ਤਾਂ ਬਚਦਾ ਵਾ ਸਿਰਫ ਇੰਟਰਨੈਸ਼ਨਲ ਸਟੂਡੈਂਟ। ਸੋ ਅੱਜ ਯੂਨੀਵਰਸਿਟੀਜ਼ ਜਿਹੜੀਆਂ ਵਾ ਇੰਟਰਨੈਸ਼ਨਲ ਸਟੂਡੈਂਟ ਦਾ ਹੀ ਮੁੱਖ ਦੇਖਦੀਆਂ ਪਈਆਂ, ਜਿਸ ਕਰਕੇ ਸੈਪਟੈਂਬਰ ਨੂੰ ਔਨ ਕੀਤਾ। ਇੰਟਰਨੈਸ਼ਨਲ ਬਾਰਡਰ UK ਦੇ ਆਲਰੇਡੀ ਖੁੱਲ ਚੁੱਕੇ ਆ, ਬਟ ਅਸੀਂ ਇੰਡੀਆ ਤੋਂ ਸਾਡੇ ਕੋਲ ਫਲਾਈਟਸ ਨਹੀਂ ਜਾਣ ਨੂੰ ਹੋਈਆਂ, ਪਲੱਸ ਇੱਥੇ ਅਜੇ ਫਿੰਗਰਪ੍ਰਿੰਟ ਲੈਣੇ ਸ਼ੁਰੂ ਨਹੀਂ ਹੋਏ। ਇਹ 2 ਚੀਜ਼ਾਂ ਦੀ ਵੇਟ ਹੋ ਰਹੀ ਹੈ। ਜੂਨ ਐਂਡ, ਜੁਲਾਈ ਐਂਡ ਅਗਸਤ ਫਸਟ ਵੀਕ, ਇਹ ਡੈਡਲਾਈਨ ਹੈ, ਜੁਲਾਈ ਐਂਡ ਜਾਂ ਅਗਸਤ ਫਸਟ ਵੀਕ। ਉਦੋਂ ਤੱਕ VFS ਜਾਂ ਇੰਟਰਨੈਸ਼ਨਲ ਫਲਾਈਟ ਖੁੱਲ ਗਈ, ਤਦ ਵੀ ਸਪਟੈਂਬਰ ਇਨਟੇਕ UK ਦਾ ਹੋ ਸਕਦਾ। ਕੈਨੇਡਾ ਬਾਰੇ ਗੱਲ ਕਰ ਲੈਂਦੇ ਆ। ਕੈਨੇਡਾ ਦੇ ਵਿੱਚ ਜੇਕਰ ਜੂਨ ਐਂਡ ਔਰ ਜੁਲਾਈ 15 ਤੱਕ ਇੰਟਰਨੈਸ਼ਨਲ ਫਲਾਈਟਸ ਜਾਂ VFS ਖੁੱਲੇਗਾ, ਤਦ ਸਪਟੈਂਬਰ ਹੋਏਗਾ, ਨਹੀਂ ਤੇ ਇਹ ਵੀ ਜਨਵਰੀ 2021 ਚ ਡੈਫਰ ਹੋਏਗਾ। ਸੋ ਇਹ ਡੈਡਲਾਈਨਸ ਹੈ, ਇਹ ਆਫੀਸ਼ੀਅਲ ਹੈ। ਸੋ ਇਹਨਾਂ ਦੇ ਅਕੋਰਡਿੰਗ ਹੀ ਇਹ ਚੀਜ਼ਾਂ ਨੂੰ ਫੋਲੋ ਕਰਨਾ। ਜੇਕਰ 30 ਜੂਨ ਬੀਤ ਗਈ, ਕੋਈ VFS ਨਹੀਂ ਖੁੱਲੀ ਔਰ ਇੰਟਰਨੈਸ਼ਨਲ ਫਲਾਈਟ ਖਰੀ ਹੋਣ ਦੀ ਡੇਟ ਵੀ ਨਹੀਂ ਮਿਲੀ, ਤੇ ਕਾਂਟਾ ਮਾਰ ਦੇਣਾ ਕਿ ਜਨਵਰੀ 2021 ਹੈ। ਕਿਸੇ ਨੂੰ ਜਵਾਬ ਨਹੀਂ ਦੇਣਾ ਹੁੰਦਾ, ਆਪਣੇ ਦਿਮਾਗ ਨੂੰ ਸਮਝਾਉਣਾ ਹੁੰਦਾ। ਆਪਣੇ ਦਿਮਾਗ ਨੂੰ ਸਮਝਾ ਲੋਗੇ, ਕਹਿੰਦੇ 2020 ਸਾਲ ਇਦਾਂ ਦਾ, ਕੋਈ ਪ੍ਰੋਫਿਟ ਨਹੀਂ, ਕੋਈ ਲਾਸ ਨਹੀਂ, ਕੋਈ ਸੁਪਨੇ ਨਹੀਂ, ਕੁਝ ਹੋਰ ਨਹੀਂ, ਸਿਰਫ ਆਪਣੀ ਔਰ ਆਪਣੇ ਪਰਿਵਾਰ ਦੀ ਜ਼ਿੰਦਗੀ ਜਾਨ ਬਚਾ ਲਓ, ਤੰਦਰੁਸਤ ਰਹਿ ਲਓ। ਕਿ ਤੁਸੀਂ ਜਿੰਨੇ ਬੰਦਿਆਂ ਨੂੰ ਆਪਣੀ ਜ਼ਿੰਦਗੀ ਜਾਣਦੇ ਹੋ, ਜਿਨ੍ਹਾਂ ਦੇ ਨਾਲ ਰੋਜ਼ ਦਾ ਮੇਲ ਵਰਤਨ ਹੈ, ਉਹ ਸਾਰੇ ਤੰਦਰੁਸਤ ਹੋਣ, ਠੀਕ ਠਾਕ ਹੋਣ। ਇਹੀ ਸਭ ਤੋਂ ਵੱਡੀ ਅਚੀਵਮੈਂਟ ਹੈ 2020 ਦੀ। ਤੇ ਜਲੰਧਰ ਬੱਸ ਸਟੈਂਡ ਤੇ ਲੱਗੇ ਵੱਡੇ ਵੱਡੇ ਬੋਰਡਾਂ ਤੋਂ ਵੀ ਬਚੋ। ਬਹੁਤ ਕੁਝ ਹੁਣ ਨਵੇਂ ਬੋਰਡ ਵੀ ਆ ਜਾਣੇ ਕਰੋਨਾ ਤੋਂ ਬਾਅਦ। ਭੱਟੀ ਸਾਹਿਬ, ਸਾਰੀਆਂ ਐਡਾਂ ਚੇਂਜ ਹੋ ਗਈਆਂ। ਸਾਰੀਆਂ ਪਹਿਲੇ ਐਡਾਂ ਹੁੰਦੀਆਂ ਸੀ ਪ੍ਰੋਡਕਟ ਦੀ, ਅਸੀਂ ਗੱਲ ਕਰਦੇ ਸੀ ਨਾ ਕਿ ਅਸੀਂ ਇਹ ਪ੍ਰੋਡਕਟ ਵੇਚਦੇ ਹਾਂ, ਸਾਡਾ ਸਾਬਣ ਵਧੀਆ ਜੀ, ਸਾਡੇ ਸਾਬਣ 'ਚ ਖੁਸ਼ਬੂ ਆਉਂਦੀ ਹੈ, ਦੂਜਾ ਕਹਿੰਦਾ ਜੀ ਝੱਗ ਜ਼ਿਆਦੀ ਬਣਦੀ ਹੈ। ਅੱਜ ਕੱਲ੍ਹ ਦੇਖੋ, ਅੱਜ ਕੱਲ੍ਹ ਐਡ ਆ ਰਹੀ ਹੈ, ਅਸੀਂ ਕਿਸ ਤਰੀਕੇ ਦੇ ਨਾਲ ਸੈਨੀਟਾਈਜ਼ ਕਰਕੇ ਪੈਕਿੰਗ ਕਰਕੇ ਤੁਹਾਡੇ ਤੱਕ ਸਮਾਨ ਪਹੁੰਚਾਉਂਦੇ ਹਾਂ। ਪ੍ਰੋਡਕਟ ਦੀ ਗੱਲ ਨਹੀਂ ਹੋ ਰਹੀ, ਗੱਲ ਹੋ ਰਹੀ ਹੈ ਅਸੀਂ ਕਿੱਦਾਂ, ਹਰੇਕ ਨੇ ਕਹਿੰਦਾ ਸਾਡਾ ਪ੍ਰੋਡਕਟ ਖਾਓ ਪੀਓ, ਇਮਿਊਨਿਟੀ ਬਹੁਤ ਵਧਾਉਂਦਾ ਹੈ, ਇਮਿਊਨਿਟੀ ਵਧੀਆ ਹੋਏਗੀ। ਤੇ ਜਾਂ ਪ੍ਰੋਡਕਟ 'ਚ ਗੱਲ ਹੋ ਰਹੀ ਹੈ ਕਿ ਅਸੀਂ ਕਿਸ ਤਰੀਕੇ ਦੇ ਨਾਲ ਸੇਫਟੀ ਪ੍ਰੀਕਾਸ਼ਨਸ ਲੈ ਰਹੇ ਹਾਂ, ਚਾਹੇ ਉਹ ਹੋਮ ਡਿਲੀਵਰੀ ਰੈਸਟੋਰੈਂਟ ਹੈ ਤੇ ਚਾਹੇ ਕੋਈ ਪ੍ਰੋਡਕਟ ਹੈ। ਪ੍ਰੋਡਕਟਾਂ ਦੀ ਕੋਈ ਗੱਲ ਨਹੀਂ ਕਰ ਰਿਹਾ ਕਿ ਮੇਰੇ ਪ੍ਰੋਡਕਟ 'ਚ ਜਾਨ ਕਿੰਨੀ ਹੈ ਕਿੰਨੀ ਨਹੀਂ, ਉਹ ਜ਼ਮਾਨਾ ਗਿਆ। ਹੁਣ ਗੱਲ ਹੋ ਰਹੀ ਹੈ ਕਿ ਅਸੀਂ ਕਿਸ ਤਰੀਕੇ ਨਾਲ ਸੇਫਟੀ ਮੈਜਰਸ ਦਾ ਖਿਆਲ ਰੱਖਦੇ ਹਾਂ। ਜਿਹੜੇ ਏਜੰਟ ਕਹਿ ਰਹੇ ਇਸ
ਮੌਕੇ ਤੇ ਜਿਹੜੇ ਕਹਿ ਰਹੇ ਵੀ ਕੈਨੇਡਾ ਭੇਜ ਦਿਆਂਗੇ, ਉਹ ਗੱਲ ਹੈ ਵੀ ਕੋਈ ਸ਼ਰਾਬ ਵਾਲੀ ਕੰਪਨੀ ਕਵੇ ਤੁਹਾਡੀ ਇਮਿਊਨਿਟੀ ਵੱਧਦੀ ਇਹਦੇ ਨਾਲ। ਇਹ ਕਹਿੰਦੀ ਹੈ ਜੀ, ਕਹਿੰਦੀ ਹੈ ਕਿ ਸ਼ਰਾਬ ਪੀਣੀ ਜ਼ਰੂਰੀ ਹੈ ਜੀ, ਕਿ ਸ਼ਰਾਬ ਹੀ ਕੋਈ ਸ਼ਰਾਬ ਦੀ ਕੰਪਨੀ ਕਵੇ ਵੀ ਸਾਡੀ ਸ਼ਰਾਬ ਪੀਓ ਤੁਹਾਡੀ ਇਮਿਊਨਿਟੀ ਵੱਧਦੀ ਹੈ, ਉਵੇਂ ਹੀ ਏਜੰਟ ਜਿਹਦੇ ਕਹਦੇ ਨਾ ਮੈਂ ਹੁਣ ਤੁਹਾਨੂੰ ਕੈਨੇਡਾ ਭੇਜ ਦੂੰਗਾ ਯਾਰ ਜੀ, ਮੈਂ ਕੱਲ ਪਰਸੋਂ ਅੱਜ ਜੂਨ ਜੁਲਾਈ ਚ ਹੀ ਹੋ ਜਾਏਗਾ ਜੀ ਕੰਮ, ਇਦਾਂ ਨਹੀਂ ਹੈ। ਸੋ ਮੈਂ ਨਿਚੋੜ ਕੱਢਤਾ ਐਂਡ ਕੋਈ ਵੀ ਵਰਡ ਇਹ ਨਹੀਂ ਬੋਲਿਆ ਕਿ ਆਪਣੇ ਕੋਲੋਂ ਹੈ। ਇਹ ਸਭ ਕੁਝ ਆਫੀਸ਼ੀਅਲ ਜੋ ਸਾਡੇ ਕੋਲ ਡਾਕੂਮੈਂਟੇਸ਼ਨ ਹੈ ਉਹਦੇ ਬੇਸਿਸ ਦੇ ਉੱਤੇ ਮੈਂ ਡੇਟਸ ਮੈਂਸ਼ਨ ਕੀਤੀਆਂ। ਆਸਟ੍ਰੇਲੀਆ ਨਿਊਜ਼ੀਲੈਂਡ ਆਨਸਰ ਇਜ਼ ਨੋ ਫॉर 2020। ਆਸਟ੍ਰੇਲੀਆ ਨਿਊਜ਼ੀਲੈਂਡ ਇਸ ਸਾਲ ਭੁੱਲ ਜਾਓ। ਸਿਰਫ ਉਮੀਦ ਕੈਨੇਡਾ ਤੇ ਯੂਕੇ ਦੀ ਹੈ, ਉਹ ਵੀ ਤਾਂ ਜੂਨ ਐਂਡ 15 ਜੁਲਾਈ ਤੱਕ ਕਲੈਰਿਟੀ ਆ ਜਾਏਗੀ। ਜੇ ਖੁੱਲ ਗਿਆ ਜਿਹੜਾ ਆਫਿਸ ਹੈ ਉਹ ਖੁੱਲ ਜਾਂਦਾ ਜੂਨ ਐਂਡ ਤੱਕ ਤਾਂ ਠੀਕ ਹੈ, ਨਹੀਂ ਤਾਂ ਉਹ ਵੀ ਅਗਲੇ ਸਾਲ ਤੇ ਗੱਲ ਗਈ। ਹੁਣ ਇਹ ਤੁਹਾਡੀ ਸੋਚ ਤੇ ਸਮਝ ਹੈ ਕਿ ਤੁਸੀਂ ਫੇਸਬੁੱਕ ਦੇ ਲਾਈਵ ਸੁਣ ਕੇ ਅਪਲਾਈ ਕਰਨੇ ਆ ਜਾਂ ਜਲੰਧਰ ਬੱਸ ਸਟੈਂਡ ਵਾਲੇ ਬੋਰਡ ਪੜ੍ਹ ਕੇ ਕਰਨੇ ਆ, ਤਾਂ ਉਹ ਤੁਹਾਡੀ ਸਮਝ ਹੈ। ਅਸੀਂ ਅਵੇਅਰ ਕਰਨ ਵਾਸਤੇ ਤੁਹਾਨੂੰ ਅੱਜ ਇਹ ਪ੍ਰੋਗਰਾਮ ਖਾਸ ਕੀਤਾ। ਫਿਲਹਾਲ ਇਸ ਪੇਸ਼ਕਸ਼ 'ਚ ਨਹੀਂ। ਪੱਟੀ ਸਾਹਿਬ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਵੈਰੀ ਮਚ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਸ਼ੁਕਰੀਆ।